ਦੋਸਤੋ ਸਾਨੂੰ ਪਤਾ ਕਿ ਪੂਰਾ ਮੁਲਕ ਕੋਵਿਡ ਦੀ ਬਿਮਾਰੀ ਨਾਲ ਜੂਝ ਰਿਹਾ ਹੈਗਾ। ਲਗਾਤਾਰ ਕੇਸਾਂ ਦੇ ਵਿੱਚ ਇਜ਼ਾਫਾ ਹੋ ਰਿਹਾ, ਮੌਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ। ਇਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਅਸੀਂ ਕੋਵਿਡ ਨੂੰ ਲੈ ਕੇ ਚਿੰਤਤ ਹਾਂ, ਦੋ ਤਿੰਨ ਇਹੋ ਜਿਹੇ ਸੂਬੇ ਨੇ ਜਿੱਥੇ ਬਹੁਤ ਹੀ ਭੈੜੀਆਂ ਖਬਰਾਂ ਆ ਰਹੀਆਂ ਨੇ, ਬਹੁਤ ਸਾਰੀਆਂ ਖਬਰਾਂ ਦਬਾਈਆਂ ਜਾ ਰਹੀਆਂ ਹੈਗੀਆਂ ਨੇ ਇਹ तमाम ਵਰਤਾਰੇ ਬਾਰੇ। ਉਹਨਾਂ ਵਿੱਚੋਂ ਇੱਕ ਸੂਬਾ ਹੈਗਾ ਗੁਜਰਾਤ। ਗੁਜਰਾਤ ਨੂੰ ਅਸੀਂ ਕਿਸੇ ਸਮੇਂ ਇੱਕ ਤਰ੍ਹਾਂ ਨਾਲ ਮਾਡਲ ਸੂਬੇ ਦੇ ਤੌਰ 'ਤੇ ਵੀ ਗਿਣਿਆ ਗਿਆ, ਕਿਹਾ ਗਿਆ ਕਿ ਆਹ ਦੇਖੋ ਜੀ ਵਿਕਾਸ ਦਾ ਇਹ ਮਾਡਲ ਸੂਬਾ ਹੈਗਾ। ਹੁਣ ਅਸੀਂ ਅੱਜ ਉਸ ਗੁਜਰਾਤ ਸੂਬੇ ਬਾਰੇ ਹੀ ਗੱਲ ਕਰਨ ਲੱਗੇ ਹਾਂ। ਸਾਡੇ ਕੋਲ ਜੋ ਪੱਤਰਕਾਰ ਨੇ, ਕਾਫੀ ਸੀਨੀਅਰ ਪੱਤਰਕਾਰ ਹੈ, ਲੰਮਾ ਸਮਾਂ ਉਹਨਾਂ ਨੇ ਵਕਾਰੀ ਮੀਡੀਆ ਅਦਾਰਿਆਂ ਦੇ ਵਿੱਚ ਗੁਜ਼ਾਰਿਆ ਹੈਗਾ, ਚਾਹੇ ਦਾ ਟ੍ਰਿਬਿਊਨ ਹੋਵੇ, ਚਾਹੇ BBC ਹੋਵੇ, ਏਸ਼ੀਅਨ ਏਜ ਹੋਵੇ, ਟਾਈਮਜ਼ ਆਫ ਇੰਡੀਆ ਹੋਵੇ, ਇੰਡੀਅਨ ਐਕਸਪ੍ਰੈਸ ਹੋਵੇ, ਚਾਹੇ AINC ਹੋਵੇ, ਚਾਹੇ ਨਿਊਜ਼ ਐਕਸ ਹੋਵੇ, ਜਾਂ ਫਿਰ ਅੱਜ ਕੱਲ੍ਹ ਸੁਤੰਤਰ ਪੱਤਰਕਾਰ ਦੇ ਤੌਰ 'ਤੇ ਦਾ ਵਾਇਰ, ਸਿਟੀਜ਼ਨ ਤੇ ਡਾਊਨ ਟੂ ਅਰਥ ਲਈ ਕੰਮ ਕਰਦੇ ਨੇ। ਮੇਰੀ ਮੁਰਾਦ ਰਾਜੀਵ ਖੰਨਾ ਤੋਂ ਹੈ। ਲੰਮਾ ਸਮਾਂ ਉਹਨਾਂ ਨੇ ਗੁਜਰਾਤ ਕੰਮ ਕੀਤਾ, ਇੱਥੋਂ ਤੱਕ ਕਿ ਜਦੋਂ ਗੁਜਰਾਤ ਦਾ ਮਾਹੌਲ ਕਾਫੀ ਤਣਾਅਪੂਰਨ ਸੀ ਉਸ ਸਮੇਂ ਵੀ ਉਹਨਾਂ ਨੇ ਰਿਪੋਰਟਿੰਗ ਕੀਤੀ ਹੈ। ਗੁਜਰਾਤ ਦੀ ਜਿਹੜੀ ਹੈਗੀ ਆ ਹਰ ਤਰ੍ਹਾਂ ਦੀ, ਚਾਹੇ ਉੱਥੇ ਦੇ ਜਿਹੜੇ ਹੈਗੇ ਆ ਫਿਰਕੂ ਸਦਭਾਵਨਾ ਦੀ ਗੱਲ ਹੋਵੇ, ਕਿੰਨੀ ਕੁ ਵਿਗੜੀ, ਕਿਵੇਂ ਵਿਗੜੀ, ਚਾਹੇ ਉੱਥੇ ਦੀ ਆਰਥਿਕਤਾ ਦੀ ਗੱਲ ਹੋਵੇ, ਚਾਹੇ ਉੱਥੇ ਦੀ ਸਿਹਤ ਤੇ ਐਜੂਕੇਸ਼ਨ ਦੀ ਗੱਲ ਹੋਵੇ, ਉਹ तमाम ਉੱਥੇ ਗੁਜਰਾਤ ਦੇ ਮਸਾਇਲ ਨਾਲ ਬੜੀ ਚੰਗੀ ਤਰ੍ਹਾਂ ਜੁੜੇ ਹੋਏ ਨੇ। ਲੰਮਾ ਸਮਾਂ ਗੁਜਰਾਤ 'ਚ ਕੰਮ ਕੀਤਾ। ਸੋ ਰਾਜੀਵ ਨੂੰ ਮੈਂ ਤੁਹਾਡੇ ਸਾਹਮਣੇ ਲੱਗਿਆ। ਸ਼ੁਕਰੀਆ ਰਾਜੀਵ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਤੁਹਾਡਾ ਜੀ ਸਵਾਗਤ ਕਰਦੇ ਹਾਂ ਰਾਜੀਵ। ਪਹਿਲਾਂ ਤਾਂ ਮੈਨੂੰ ਦੱਸੋ, ਤੁਸੀਂ ਹਿਮਾਚਲ 'ਚ ਬੈਠੇ ਹੋ, ਹਿਮਾਚਲ ਦੇ ਵਿੱਚ ਤੁਹਾਡੇ ਇਸ ਸਮੇਂ ਕੀ ਹਾਲਤ ਨੇ ਕਰੋਨਾ ਨੂੰ ਦੀ ਗੱਲ ਕਰੀਏ ਆਪਾਂ? ਹਿਮਾਚਲ ਅਗਰ ਜੇ ਤੁਸੀਂ ਕੰਪੇਅਰ ਕਰੋ ਬਾਕੀ ਸਟੇਟਸ ਨਾਲ ਤੇ ਥੋੜੀ ਬਿਹਤਰ ਹਾਲਤ ਹੈਗੀ, ਪਰ ਉਹਦਾ ਕਾਰਨ ਇਹ ਹੈਗਾ ਕਿ ਇੱਕ ਤੇ ਹਿਮਾਚਲ ਵਿੱਚ ਐਂਟਰੀ ਕਾਫੀ ਸਟ੍ਰਿਕਟ ਕੀਤੀ ਹੋਈ ਹੈ ਸਰਕਾਰ ਨੇ। ਦੂਜਾ ਕਾਰਨ ਇਹ ਹੈਗਾ ਕਿ ਇੱਥੇ ਜਿਹੜੀ ਪੋਪੂਲੇਸ਼ਨ ਹੈ, ਜਨਸੰਖਿਆ ਘੱਟ ਹੈਗੀ ਤੇ ਲੋਕੀ ਉੱਦਾਂ ਤੇ ਲਿਟਰੇਸੀ ਲੈਵਲ ਕਾਫੀ ਹਾਈ ਹੈ। ਪਰ ਨਾਲ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਜ਼ਿਆਦਾ ਕੇਸ ਆਏ ਨੇ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਕਹਿ ਲਓ ਕਿ ਕੰਟਰੀਬਿਊਸ਼ਨ ਹੈਗਾ ਇੱਕ ਤੇ ਉਹ ਬੰਦੇ ਜਿਹੜੇ ਜਿਨ੍ਹਾਂ ਨੇ ਉਹ ਬਹੁਤ ਮੈਂ ਕਹਾਂਗਾ ਮੂਰਖਤਾ ਕੀਤੀ ਹੈ, ਜਾ ਕੇ ਕੁੰਭ ਨਹਾ ਕੇ ਆਏ ਨੇ। ਉਹ ਲੋਕੀ ਆ ਕੇ ਪਿੰਡਾਂ 'ਚ ਵੜ ਗਏ ਨੇ ਆਪਣੇ ਆਪਣੇ ਘਰਾਂ ਨੂੰ, ਬਾਹਰ ਟੈਸਟ ਨਹੀਂ ਕਰਾਇਆ ਕਈਆਂ ਨੇ। ਇੱਕ ਤੇ ਉਹ ਤਬਕਾ ਹੈਗਾ। ਦੂਜਾ ਹੈਗਾ ਜਿਹੜੇ ਨਰਾਤੇ ਚਿੰਤਪੁਰਨੀ, ਜਵਾਲਾ ਜੀ ਮੰਦਿਰਾਂ 'ਚ ਜਾਂਦੇ ਰਹੇ ਨੇ ਤੇ ਉਹਨਾਂ ਵਿੱਚ ਵੀ ਉਹ ਜਿਹੜਾ ਕੇਸ ਲੋਡ ਹੈ ਉਹ ਕਾਫੀ ਹਾਈ ਹੈਗਾ। ਬਾਕੀ ਇੱਧਰੋਂ ਪੰਜਾਬ ਹਰਿਆਣੇ ਤੋਂ ਵੀ ਜਾਂਦੇ ਹੋਣਗੇ ਤੁਹਾਡੇ ਬੰਦੇ ਇਸ ਸਮੇਂ ਦੇ ਵਿੱਚ? ਨਹੀਂ, ਅੱਜ ਕੱਲ ਕਾਫੀ ਸਟ੍ਰਿਕਟ ਹੋਇਆ ਹੈ ਕੰਮ, ਪਰ ਮਤਲਬ ਇਹ ਜਿਹੜਾ ਕੰਮ ਹੈਗਾ, ਮਤਲਬ ਜਿਹੜਾ ਕਿ ਤੁਸੀਂ ਅਗਰ ਇਹ ਰੈਸ਼ਨਲੀ ਦੇਖੋ, ਇਹ ਜਿਹੜੀ ਪਾਬੰਦੀ ਹੈਗੀ ਹਿਮਾਚਲ ਵਿੱਚ ਵੜਨ ਦੀ, ਇਹਨਾਂ ਨੇ 23 ਅਪ੍ਰੈਲ ਤੱਕ ਤੋਂ ਬਾਅਦ ਜ਼ਿਆਦਾ ਸਟ੍ਰਿਕਟ ਹੋਏ ਨੇ। ਤੇ 23 ਅਪ੍ਰੈਲ ਯਾਨੀ ਤੁਸੀਂ ਸਮਝ ਜਾਓ ਨਰਾਤੇ ਚੱਲ ਰਹੇ ਸੀ। ਇਹਨਾਂ ਦੀ ਜਿਹੜੀ ਇਹ ਪੋਲਿਟਿਕਸ ਹੈਗੀ, ਰਿਲੀਜਨ ਜਿੱਥੇ ਡੋਮੀਨੇਟ ਕਰਦੀ ਹੈ, ਆਸਥਾ ਜਿਹੜੀ ਹੈ, ਜਿਹੜੀ ਸਾਇੰਸ ਤੇ ਭਾਰੀ ਪੈਂਦੀ ਹੈ, ਉਹ ਚੀਜ਼ ਬੜੀ ਇੱਕ ਵਾਲਾ ਪ੍ਰੋਬਲਮ ਹੈਗੀ। ਉਹ ਫਿਰ ਨਜ਼ਰ ਆ ਰਿਹਾ ਸਟੇਟ ਵਿੱਚ। ਜੀ ਰਾਜੀਵ, ਹੁਣ ਆਪਾਂ ਸਿੱਧਾ ਗੁਜਰਾਤ ਚੱਲਦੇ ਹਾਂ, ਜਿੱਥੇ ਤੁਸੀਂ ਲੰਮਾ ਸਮਾਂ ਕੰਮ ਕੀਤਾ ਵਾ। ਪਹਿਲਾਂ ਤਾਂ ਉੱਥੋਂ ਜੋ ਖਬਰਾਂ ਆ ਰਹੀਆਂ, ਜਿਵੇਂ ਸਾਡੇ ਕੋਲ ਆ ਰਹੀਆਂ ਨੇ, ਕਈ ਸਾਰੇ ਸਟੇਟ ਹੈਗੇ ਨੇ, ਗੁਜਰਾਤ ਸ਼ਹਿਰ ਹੈਗੇ ਨੇ, ਅਹਿਮਦਾਬਾਦ ਹੈ, ਉੱਥੋਂ ਖਬਰ ਆ ਰਹੀ ਹੈ, ਸੂਰਤ ਵਿੱਚੋਂ ਖਬਰ ਆ ਰਹੀ ਹੈ। ਤੁਸੀਂ ਸਾਨੂੰ ਦੱਸੋ ਕਿ ਉੱਥੇ ਹਾਲਤ ਕੀ ਹੈ, ਕਿਉਂਕਿ ਬਹੁਤ ਸਾਰੇ ਮਾਮਲੇ ਰਿਪੋਰਟ ਨਹੀਂ ਹੋ ਰਹੇ ਉੱਥੇ। ਦੇਖੋ ਸ਼ਵਿੰਦਰ, ਇਸ ਤੋਂ ਪਹਿਲਾਂ ਕਿ ਅਸੀਂ ਗੁਜਰਾਤ ਦੀ ਡਿਟੇਲ ਵਿੱਚ ਗੱਲ ਕਰੀਏ, ਮੈਂ ਇਹ ਕਹਿਣਾ ਚਾਹਾਂਗਾ ਕਿ ਗੁਜਰਾਤ ਕਿਉਂ ਡਿਸਕਸ ਕਰਨਾ ਚਾਹੀਦਾ। ਗੁਜਰਾਤ ਡਿਸਕਸ ਕਰਨ ਦੀ ਲੋੜ ਇਹ ਹੈਗੀ ਕਿ ਗੁਜਰਾਤ ਨੂੰ ਇੱਕ ਮਾਡਲ ਬਣਾ ਕੇ ਪੇਸ਼ ਕੀਤਾ ਗਿਆ ਪੂਰੇ ਦੇਸ਼ ਦੇ ਅੱਗੇ, ਠੀਕ ਹੈ ਨਾ। ਤੇ ਪਿਛਲੇ 7 ਸਾਲਾਂ ਤੋਂ ਅਸੀਂ ਦੇਖੀਏ ਕਿ ਜਦ ਤੋਂ ਇਹ ਨਰਿੰਦਰ ਮੋਦੀ ਜੀ ਸਰਕਾਰ ਆਈ ਹੈ, ਤਾਂ ਤੋਂ ਇੱਕੋ ਚੀਜ਼ ਹੈਗੀ ਕਿ ਗੁਜਰਾਤ ਮਾਡਲ ਲਾਗੂ ਕਰਨਾ, ਗੁਜਰਾਤ ਮਾਡਲ ਲਾਗੂ ਕਰਨਾ, ਗੁਜਰਾਤ ਮਾਡਲ ਲਾਗੂ ਕਰਨਾ ਹੈ ਪੂਰੇ ਸਟੇਟ ਵਿੱਚ। ਤੇ ਇੰਟਰਨੈਸ਼ਨਲੀ ਵੀ ਇਹਨਾਂ ਨੇ ਬਾਰ-ਬਾਰ ਪ੍ਰਮੋਟ ਕੀਤਾ ਕਿ ਜੀ ਗੁਜਰਾਤ ਮਾਡਲ ਦੀ ਦੇਣ ਹੈ, ਗੁਜਰਾਤ ਮਾਡਲ ਦੀ ਦੇਣ ਹੈ। ਤੇ ਅੱਜ ਉਹੀ ਗੁਜਰਾਤ ਮਾਡਲ ਜਿਹੜਾ ਹੈਗਾ ਬਿਲਕੁਲ ਕਰੰਬਲ ਕਰ ਰਿਹਾ, ਢਹਿ ਗਿਆ ਬੁਰੇ ਤਰੀਕੇ ਨਾਲ। ਤੇ ਅੱਜ ਹਾਲਤ ਇਹ ਹੈਗੀ ਕਿ ਉਸ ਮਾਡਲ ਨੂੰ ਮਤਲਬ ਅਗਰ ਜੇ ਤੁਸੀਂ ਸਟੱਡੀ ਕਰੋ ਤੇ ਉਹਦੇ ਪਰਖੱਚੇ ਉੜੇ ਹੋਏ ਨੇ। ਇਸ ਕਰਕੇ ਗੁਜਰਾਤ ਨੂੰ ਡਿਸਕਸ ਕਰਨਾ ਜ਼ਰੂਰੀ ਹੈ, ਕਿਉਂਕਿ ਮੈਂ ਕਹਾਂਗਾ ਕਿ ਜਿਹੜੇ ਸਾਡੇ ਕ੍ਰਿਟਿਕ ਹੈਗੇ ਉਹ ਕਹਿਣਗੇ ਕਿ ਜੀ ਜਿੱਦਾਂ ਦੀ ਮਤਲਬ ਇਹ ਪੂਰੀ ਕਹਿ ਲਓ ਕਿ ਰਾਈਟ ਵਿੰਗ ਦੀ ਇੱਕ ਸਟ੍ਰੈਟਜੀ ਹੈਗੀ। ਜੇ ਆਪਾਂ ਗੁਜਰਾਤ ਦੀ ਗੱਲ ਕਰੀਏ ਤਾਂ ਕਹਿਣਗੇ ਜੀ ਮਹਾਰਾਸ਼ਟਰ ਕਿਉਂ ਨਹੀਂ ਕਰਦੇ, ਜੇ ਆਪਾਂ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਕਹਿਣਗੇ ਕਰਨਾਟਕਾ ਕਿਉਂ ਨਹੀਂ ਕਰਦੇ, ਜੇ ਕਰਨਾਟਕਾ ਦੀ ਗੱਲ ਕਰਾਂਗੇ ਫਿਰ ਕਹਿਣਗੇ ਜੀ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ। ਇਹ ਜਿਹੜੀ ਵਾਟ ਅਬਾਊਟਰੀ ਹੈ ਉਹਨੂੰ ਕਿਨਾਰੇ ਕਰਦੇ ਹੋਏ ਜ਼ਰੂਰੀ ਇਹ ਹੈਗਾ ਕਿ ਗੁਜਰਾਤ ਮਾਡਲ ਜਿਹੜਾ ਹੈ ਉਹਨੂੰ ਇਸ ਕਰਕੇ ਸਟੱਡੀ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਉਹ ਮਾਡਲ ਹੈ ਜਿਹੜਾ ਪੂਰੇ ਦੇਸ਼ ਉੱਤੇ ਲਾਗੂ ਕੀਤਾ ਜਾ ਰਿਹਾ ਹੈ। ਇਹ ਚੀਜ਼ ਹੈਗੀ। ਹੁਣ ਅਸੀਂ ਆਉਂਦੇ ਹਾਂ ਕਿ ਹਾਲਾਤ ਕੀ ਹੈਗੇ। ਹਾਲਾਤ ਦੇਖੋ, ਜਿੱਦਾਂ ਦੇ ਹਾਲਾਤ ਦਿੱਲੀ ਵਿੱਚ ਰਿਪੋਰਟ ਹੋ ਰਹੇ ਨੇ ਜਾਂ ਜਿੱਦਾਂ ਦੇ ਹਾਲਾਤ ਬੰਬੇ ਰਿਪੋਰਟ ਹੋਏ ਆ, ਉਹ ਮਤਲਬ ਕਿ ਉਹ ਉਸੇ ਤਰ੍ਹਾਂ ਦੇ ਰਿਪੋਰਟ ਹੋ ਰਹੇ ਨੇ। ਪਰ ਅਗੇਨ ਫਰਕ ਫਿਰ ਅਸੀਂ ਦੇਖਦੇ ਹਾਂ ਕਿ ਜਦ ਅਸੀਂ ਗੁਜਰਾਤ ਦੀ ਗੱਲ ਕਰਨੇ ਆ
ਗੁਜਰਾਤ ਨੂੰ ਅਸੀਂ ਹੁਣ ਯੂਪੀ ਨਾਲ ਕੰਪੇਅਰ ਨਹੀਂ ਕਰ ਸਕਦੇ, ਕਿਉਂਕਿ ਗੁਜਰਾਤ ਇਕਨੋਮਿਕਲੀ ਬਹੁਤ ਵੈਲ ਆਫ ਹੈ, ਠੀਕ ਹੈ। ਗੁਜਰਾਤ ਇੰਡਸਟਰੀਅਲਾਈਜ਼ਡ ਸਟੇਟ ਹੈਗਾ, ਗੁਜਰਾਤ ਵਿੱਚ ਹੋਰ ਫੈਸਿਲਿਟੀਜ਼ ਹੈਗੀਆਂ, ਗੁਜਰਾਤ ਵਿੱਚ ਕੀ ਕਹਿੰਦੇ ਹਸਪੀਟਲ ਹੈਗੇ, ਪਰ ਫਿਰ ਵੀ ਇਹ ਕਿਉਂ ਹੋ ਰਿਹਾ ਹੈ? ਇਹ ਇਸ ਕਰਕੇ ਹੋ ਰਿਹਾ ਹੈ ਕਿ ਜਿਹੜਾ ਮਾਡਲ ਲਾਗੂ ਕੀਤਾ ਗਿਆ ਪਿਛਲੇ ਕਈ ਸਾਲਾਂ ਤੋਂ, ਮਤਲਬ ਸਭ ਤੋਂ ਪਹਿਲੀ ਚੀਜ਼ ਤੇ ਇਹ ਹੋਈ ਨਾ ਕਿ ਗੁਜਰਾਤ ਮਾਡਲ ਕੀ ਹੈਗਾ, ਕੀ ਦਿਖਦਾ ਤੁਹਾਨੂੰ, ਤੁਹਾਨੂੰ ਕੀ ਦਿਖਾਇਆ ਜਾਂਦਾ? ਤੁਹਾਨੂੰ ਦਿਖਾਇਆ ਜਾਂਦਾ ਹੈ ਅਹਿਮਦਾਬਾਦ, ਸੂਰਤ, ਰਾਜਕੋਟ, ਭੁਜ, ਹੈ ਨਾ, ਤੇ ਬੜੌਦਾ। ਉਸ ਤੋਂ ਇਲਾਵਾ ਕੀ ਗੁਜਰਾਤ ਹੈ? ਮੈਂ ਮਤਲਬ ਆਪਣੇ ਜਿਹੜੇ ਵਿਊਅਰਸ ਹੈਗੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਉਸ ਤੋਂ ਬਾਅਦ ਕਿੰਨੇ ਡਿਸਟ੍ਰਿਕਟ ਉਹ ਜਾਣਦੇ ਨੇ ਗੁਜਰਾਤ ਵਿੱਚ ਹੈਗੇ, ਤੇ ਉੱਥੇ ਕੀ ਹਾਲਤ ਹੈਗੀ। ਮਤਲਬ ਸਾਨੂੰ ਇਹ ਵੀ ਨੋਟ ਕਰਨਾ ਚਾਹੀਦਾ ਕਿ ਗੁਜਰਾਤ ਉਸੀ ਗੁਜਰਾਤ ਜਿਹਨੂੰ ਇਹ ਪ੍ਰਮੋਟ ਕਰਦੇ ਨੇ ਕਿ ਵੀ ਇਕਨੋਮਿਕ ਇੰਜਨ ਹੈ ਸਟੇਟ ਦਾ, ਫਲਾਣਾ ਹੈ, ਢਿਗਣਾ ਹੈ, ਪਰ ਉਸੀ ਗੁਜਰਾਤ ਵਿੱਚ ਡਾਂਗ ਜਿਹਾ ਜ਼ਿਲ੍ਹਾ ਵੀ ਹੈਗਾ ਜਿਹੜਾ ਆਦੀਵਾਸੀ ਦਿੱਲੀ ਹੈ ਜ਼ਿਲ੍ਹਾ ਹੈ, ਤੇ ਸ਼ਾਇਦ ਦੇਸ਼ ਦੇ ਟੌਪ ਪੂਰੈਸਟ ਸਭ ਤੋਂ ਗਰੀਬ ਜ਼ਿਲ੍ਹਿਆਂ ਵਿੱਚੋਂ ਆਉਂਦਾ ਹੈ। ਉਸੀ ਗੁਜਰਾਤ ਦੀ ਉਹ ਹਾਲਤ ਹੈਗੀ। ਤੇ ਅੱਜ ਤੁਸੀਂ ਦੇਖੋ ਕਿ ਗੁਜਰਾਤ ਜਦ ਅਸੀਂ ਅੱਜ ਵੀ ਖਬਰਾਂ ਦੇਖ ਰਹੇ ਹਾਂ, ਉਹ ਦੇਖ ਰਹੇ ਹਾਂ ਅਸੀਂ ਅਹਿਮਦਾਬਾਦ ਦੇਖ ਰਹੇ ਹਾਂ, ਅਸੀਂ ਰਾਜਕੋਟ ਦੇਖ ਰਹੇ ਹਾਂ, ਪਰ ਜਿਹੜਾ ਮਤਲਬ ਬਾਕੀ ਡਿਸਟ੍ਰਿਕਟ ਵਿੱਚ ਹਾਲਤ ਹੈ ਉਹ ਤੇ ਰਿਪੋਰਟ ਹੀ ਨਹੀਂ ਹੋ ਰਹੀ। ਅੱਛਾ, ਫਿਰ ਜਿਹੜੀ ਇਹ ਪੂਰੀ ਇਹ ਮਾਡਲ ਦੀ ਖੋਰ ਹੋ ਰਹੀ ਹੈ ਕਿ ਜਿਹੜੀ ਕਮੀ ਹੈ ਉਹਨੂੰ ਛੁਪਾਈ ਚੱਲੋ। ਔਰ ਉਹੀ ਅੱਜ ਕੀ ਚੀਜ਼ ਹੋਈ ਹੈ ਕਿ ਸਭ ਤੋਂ ਵੱਡੀ ਚੀਜ਼ ਜਿਹੜੀ ਹੋਈ ਹੈ ਨਾ, ਉਹ ਮਾਡਲ ਜਿਹੜਾ ਉੱਥੇ ਦਾ ਲੋਕਲ ਮੀਡੀਆ ਪ੍ਰਮੋਟ ਕਰ ਰਿਹਾ ਸੀ, ਜਾਂ ਤੁਸੀਂ ਕਹੋ ਕਿ ਉਹ ਅਸੀਂ ਕਹਾਂਗੇ ਕਿ ਉਹ ਪ੍ਰੋ ਹਿੰਦੂ ਪੋਲਿਟਿਕਸ ਤੇ ਪ੍ਰੋ ਹਿੰਦੂ ਮਾਡਲ ਪ੍ਰਮੋਟ ਹੋ ਰਿਹਾ ਸੀ, ਅੱਜ ਉਹੀ ਮੀਡੀਆ ਉਹਨਾਂ ਲੋਕਾਂ ਦੇ ਪ੍ਰੈਸ਼ਰ ਹੇਠ, ਉਸੀ ਜਨਤਾ ਦੇ ਪ੍ਰੈਸ਼ਰ ਹੇਠ ਅੱਜ ਗੁਜਰਾਤ ਸਰਕਾਰ ਨੂੰ ਵੀ ਸਵਾਲ ਪੁੱਛ ਰਿਹਾ ਕਿ ਭਈ ਇਹ ਕੀ ਹਾਲਤ ਹੈ ਗੁਜਰਾਤ। ਤੇ ਜਦ ਅਸੀਂ ਮਾਡਲ ਦੀ ਗੱਲ ਕਰਨੇ ਆ ਕਿ ਭਈ ਗੁਜਰਾਤ ਮਾਡਲ ਕੀ ਸੀਗਾ ਹੈਲਥ ਦੀ, ਜਦ ਅਸੀਂ ਗੱਲ ਕਰੀਏ ਉਹ ਮਾਡਲ ਉਹੀ ਸੀਗਾ ਕਿ ਤੁਸੀਂ ਪ੍ਰਾਈਵੇਟਾਈਜ਼ ਕਰੀ ਚੱਲੋ, ਪ੍ਰਾਈਵੇਟਾਈਜ਼ ਕਰੀ ਚੱਲੋ, ਕਿ ਜਦ ਤੁਸੀਂ ਪ੍ਰਾਈਵੇਟਾਈਜ਼ ਕਰਦੇ ਜਾਓਗੇ ਤੇ ਅੱਜ ਹਾਲਤ ਉਹੀ ਹੋ ਗਈ ਹੈ। ਉੱਥੇ ਵੀ ਚੀਜ਼ਾਂ ਜਿਹੜੀ ਬਲੈਕ ਵਿੱਚ ਮਿਲ ਰਹੀਆਂ ਨੇ। ਹੁਣ ਰਾਜਕੋਟ ਜਿਹਾ ਡਿਸਟ੍ਰਿਕਟ, ਮੈਂ ਤੁਹਾਨੂੰ ਮਤਲਬ ਅਹਿਮਦਾਬਾਦ ਦੀ ਬਾਅਦ ਗੱਲ ਕਰਾਂਗੇ, ਰਾਜਕੋਟ ਜਿਹਾ ਡਿਸਟ੍ਰਿਕਟ ਜਿਹੜਾ ਹੈਗਾ, ਰਾਜਕੋਟ ਸ਼ਹਿਰ ਪੂਰੇ ਸੌਰਾਸ਼ਟਰ ਦਾ ਕੇਂਦਰ ਹੈਗਾ। ਹੁਣ ਤੁਸੀਂ ਕਹੋ ਕਿ ਪੋਰਬੰਦਰ ਤੋਂ, ਭਾਵਨਗਰ ਤੋਂ, ਅਮਰੇਲੀ ਤੋਂ ਲੋਕੀ ਆ ਕੇ ਹਸਪੀਟਲ ਰਾਜਕੋਟ ਆਏ ਨੇ। ਹੁਣ ਜਦ ਆ ਕੇ ਬੰਦੇ ਨੂੰ ਇਹ ਪਤਾ ਲੱਗਦਾ ਕਿ ਬਈ ਤੁਸੀਂ ਭਰਤੀ ਹੋਣਾ ਤੇ ਆਪਣਾ ਸਿਲੰਡਰ ਲੈ ਆਓ, ਠੀਕ ਹੈ ਨਾ, ਫਿਰ ਲੋਕ ਇਹ ਪੁੱਛ ਰਹੇ ਨੇ ਕਿ ਭਾਈ ਜਦ ਅਸੀਂ 20,000 ਰੁਪਏ ਕਮਰੇ ਦਾ ਦੇਣਾ ਹੈ ਤੇ ਸਿਲੰਡਰ ਆਪਣਾ ਕਿਉਂ ਲਈਏ? ਉਹ ਹਸਪੀਟਲ ਦੀ ਜ਼ਿੰਮੇਵਾਰੀ ਨਹੀਂ ਬਣਦੀ? ਸਿਲੰਡਰ ਹੋਣਾ ਚਾਹੀਦਾ ਉੱਥੇ, ਜਾਂ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਤੇ ਇਸ ਤਰ੍ਹਾਂ ਦਾ ਸੀਨ ਜਿਹੜਾ ਹੈਗਾ, ਹੁਣ ਤੁਹਾਨੂੰ ਤਾਜ਼ੀ ਖਬਰ ਅੱਜ ਦੀ ਜਿਹੜੀ ਹੈਗੀ, ਜਿਹੜੀ ਛਪੀ ਹੈ, ਕੱਲ ਕੱਚ ਵਿੱਚ ਈਵਨ ਗੋਲੀਆਂ ਚੱਲ ਗਈਆਂ ਨੇ, ਸਿਰਫ ਇਸ ਕਰਕੇ ਵੀ ਉੱਥੇ ਫੈਸਿਲਿਟੀ ਨਹੀਂ ਮਿਲੀ। ਔਰ ਗੁਜਰਾਤ ਤਾਂ ਫਿਰ ਇੱਕ ਹੋਰ ਚੀਜ਼ ਹੈਗੀ ਕਿ ਮਤਲਬ ਕਿ ਜਿਹੜਾ ਹੁੰਦਾ ਨਾ ਕਿ ਵੀ ਜਿਹੜੀ ਉਹ ਕਹਾਵਤ ਹੈ, ਉੱਚੀ ਦੁਕਾਨ ਫੀਕਾ ਪਕਵਾਨ। ਹੁਣ ਮੈਨੂੰ ਇਹ ਦੱਸੋ ਕਿ ਜਦ ਤੁਸੀਂ ਕੋਈ ਹਸਪੀਟਲ ਸੈਟਅਪ ਕਰ ਰਹੇ ਹੋ, ਉੱਥੇ ਕੋਈ ਫੈਸਿਲਿਟੀ ਇਸ ਟਾਈਮ ਤੇ ਸੈਟਅਪ ਕਰ ਰਹੇ ਹੋ, ਤੁਹਾਨੂੰ ਕੀ ਲੋੜ ਹੈਗੀ ਬੜੇ ਫੈਨ ਫੇਅਰ ਨਾਲ ਡਿਕਲੇਅਰ ਕਰਨ ਕੀ ਪਹਿਲੇ ਇਨੋਗਰੇਟ ਹੋਏਗਾ? ਕਾਹਦਾ ਇਨੋਗਰੇਸ਼ਨ? ਇਹ ਕੋਈ ਮੇਲਾ ਥੋੜੀ ਨਾ ਲੱਗਿਆ ਜਿਹਦਾ ਜਾ ਕੇ ਇਨੋਗਰੇਸ਼ਨ ਹੋਏਗਾ। ਲੋਕੀ ਮਰ ਰਹੇ ਨੇ, ਲੋਕਾਂ ਦੀ ਹਾਲਤ ਖਰਾਬ ਹੋਈ ਹੈ, ਤੁਸੀਂ ਇਨੋਗਰੇਟ ਕਰੋਗੇ? ਹੁਣ ਕੱਲ ਜਿਸ ਦਾ ਖਬਰ ਛਪ ਗਈ ਕਿ DRDO ਦਾ ਉਹ ਧਨਵੰਤਰੀ ਹਸਪੀਟਲ ਅਹਿਮਦਾਬਾਦ ਸ਼ੁਰੂ ਹੋ ਗਿਆ, ਲੋਕੀ ਪਹੁੰਚ ਗਏ ਉੱਥੇ ਜਾ ਕੇ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬਈ ਹਲੇ ਐਡਮਿਸ਼ਨ ਸ਼ੁਰੂ ਹੀ ਨਹੀਂ ਹੋਈ। ਲੋਕਾਂ ਦੀ ਹਾਲਤ ਦੇਖੋ ਤੁਸੀਂ। ਕੱਲ ਈਵਨ ਉਹ ਵੀਡੀਓ ਆਏ ਕਿ ਲੋਕੀ ਜ਼ਬਰਦਸਤੀ ਆਟੋ ਰਿਕਸ਼ਾ ਮਤਲਬ ਬੈਰੀਕੇਡ ਤੋੜ ਕੇ ਵੜਨ ਦੀ ਕੋਸ਼ਿਸ਼ ਕਰ ਰਹੇ ਸੀ। ਤੇ ਡੈਸਪਰੇਸ਼ਨ ਦੀ ਹਾਲਤ ਦੇਖੋ ਨਾ ਤੁਸੀਂ ਕੀ ਹੈਗੀ। ਜਦ ਅਸੀਂ ਗੱਲ ਇਹ ਕਰਨੇ ਆ ਕਿ ਗੁਜਰਾਤ ਮਾਡਲ ਦੀ ਅਸੀਂ ਗੱਲ ਕਰਨੇ ਆ, ਦੂਜੇ ਪਾਸੇ ਤੁਸੀਂ ਦੇਖੋ ਗੁਜਰਾਤ ਦੇ ਵਿੱਚ ਸ਼ਮਸ਼ਾਨ ਜਿਹੜੇ ਹੈਗੇ ਜ਼ਿਆਦਾਤਰ ਇਲੈਕਟ੍ਰਿਕ ਹੈਗੇ, ਨਾਲੇ ਗੈਸ ਨਾਲ ਚੱਲਣ ਵਾਲੇ ਵੀ ਹੈਗੇ, ਤੇ ਇਹ ਲੱਕੜੀ ਨਾਲ ਵੀ ਜਿਹੜਾ ਸੰਸਕਾਰ ਹੈ ਉਹ ਕਰਦੇ ਨੇ। ਇਸ ਤੋਂ ਬਾਵਜੂਦ ਰਿਪੋਰਟਾਂ ਜਿਹੜੀਆਂ ਆਈਆਂ ਨੇ ਕਿ ਜਦ ਸ਼ਮਸ਼ਾਨ ਦਾ ਲੋਹਾ ਪਿਘਲ ਜਾਏ ਜਾਂ 24 ਘੰਟੇ ਚਿਮਨੀ ਤੋਂ ਧੂਆਂ ਉੱਠਦਾ ਰਹੇ, ਤਾਂ ਤੁਸੀਂ ਸਮਝ ਸਕਦੇ ਹੋ ਉੱਥੇ ਕੀ ਹਾਲਤ ਹੈ ਨਾ। ਔਰ ਦੂਜਾ ਫਿਰ ਸੂਰਤ ਜਿਸ ਤਰ੍ਹਾਂ ਹਾਲਤ ਹੈ, ਬਈ ਸੂਰਤ 'ਚ ਸਿਵਲ ਹਸਪੀਟਲ ਭਰਤੀ ਕਰਨ ਤੋਂ ਮਨਾ ਕਰਦੇ ਪੇਸ਼ੈਂਟਸ ਨੂੰ, ਤਾਂ ਲੋਕੀ ਕਿੱਥੇ ਜਾਣ? ਜੇ ਤੁਸੀਂ ਗੱਲ ਕਰਦੇ ਹੋ ਮਿਡਲ ਕਲਾਸ ਦੀ, ਅਪਰ ਮਿਡਲ ਕਲਾਸ ਦੀ, ਆ ਉਹਨਾਂ ਦੀ, ਤੇ ਉਹ ਜਿਹੜੀ ਪੂਰਾ ਇੱਕ ਉਹ ਸਿਸਟਮ ਤੇ ਸੀਗਾ, ਪਰ ਉਹ ਵੀ ਖਤਮ ਹੈ ਨਾ, ਉੱਥੇ ਵੀ ਜਗ੍ਹਾ ਨਹੀਂ ਮਿਲ ਰਹੀ ਹੈ ਹਸਪੀਟਲ। ਇਹ ਹਾਲਤ ਚੱਲ ਰਹੀ ਹੈ ਜੀ। ਅੱਛਾ, ਜਦੋਂ ਆਪਾਂ ਹੁਣ ਕਹਿੰਦੇ ਆ ਇਹ ਸਾਰੀ ਜਿਹੜੀ ਤਸਵੀਰ ਤੁਸੀਂ ਦਿਖਾਈ ਹੈ, ਇਹ ਬਹੁਤ ਭਿਆਨਕ ਤਸਵੀਰ ਹੈ। ਜਦੋਂ ਫਿਰ ਅਸੀਂ ਗੱਲ ਕਰਦੇ ਆ ਵੀ ਗੁਜਰਾਤ ਮਾਡਲ ਹੈ, ਗੁਜਰਾਤ ਜਿਹੜਾ ਹੈਗਾ ਇਹ ਤੇ ਇੱਕ ਜੀ ਜਦੋਂ ਬਹੁਤ ਪ੍ਰਚਾਰਿਆ ਗਿਆ, 14 ਦੇ ਵਿੱਚ ਪ੍ਰਚਾਰਿਆ ਗਿਆ, ਫਿਰ ਇਹ ਮਾਡਲ ਹੈ ਕਿਹੜੀ ਚੀਜ਼ ਦਾ? ਕੀ ਇਹ ਹਿੰਦੂਤਵ ਦਾ ਮਾਡਲ ਹੈ? ਹਿੰਦੂਤਵ ਦੀ ਕੋਟਿੰਗ ਹੈਗੀ ਨਾ ਉਸ ਤੇ ਬੇਸਿਕਲੀ, ਤੇ ਉਹ ਜਿਹੜਾ ਕਿ ਮੈਂ ਕਹਾਂਗਾ ਪ੍ਰੋ ਕੈਪੀਟਲਿਸਟ ਤੇ ਐਂਟੀ ਪੀਪਲ ਮਾਡਲ ਹੈਗਾ, ਜਿਹਦਾ ਤਜਰਬਾ ਅੱਜ ਇੰਡੀਆ ਵਿੱਚ ਹੋ ਰਿਹਾ ਉਹ ਗੁਜਰਾਤ ਦੇ ਵਿੱਚ ਹੋ ਚੁੱਕਾ ਪਹਿਲਾਂ। ਮਤਲਬ ਉਹੀ ਗੱਲ ਹੈ, ਜਿਹੜੀ ਚੀਜ਼ ਤੁਸੀਂ ਅੱਜ ਇੰਡੀਆ ਵਿੱਚ ਦੇਖ ਰਹੇ ਹੋ
ਉਹ ਅਸੀਂ ਲੋਕੀ 20 ਸਾਲ ਪਹਿਲੇ ਅਹਿਮਦਾਬਾਦ ਜਾਂ ਬਾਕੀ ਸਟੇਟ ਵਿੱਚ ਦੇਖ ਚੁੱਕੇ ਹਾਂ ਉੱਥੇ ਕੀ ਹਾਲਤ ਹੋਈ ਹੈ ਲੋਕਾਂ ਦੀ, ਔਰ ਹੁੰਦੀ ਰਹੀ ਹੈ ਬਾਰ-ਬਾਰ। ਪਰ ਉਹਨੂੰ ਮਤਲਬ ਕਿ ਜਿਸ ਤਰੀਕੇ ਰਿਪੋਰਟ ਨਹੀਂ ਹੋਣ ਦਿੱਤਾ ਜਾਂਦਾ ਨਾ। ਹੁਣ ਦੇਖੋ ਮਤਲਬ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਇਸ ਤੋਂ ਪਹਿਲਾਂ ਮੈਂ ਭੁੱਲ ਜਾਣ ਤੁਹਾਨੂੰ ਦੇਣਾ ਚਾਹਾਂਗਾ। ਕੁਝ ਦਿਨ ਪਹਿਲਾਂ ਇਹ ਉੱਥੇ ਚੀਫ ਮਿਨਿਸਟਰ ਵਿਜੇ ਰੂਪਾਣੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਠੀਕ ਹੈ। ਪ੍ਰੈਸ ਕਾਨਫਰੰਸ ਵਿੱਚ ਗੱਲ ਹੋਈ ਤੇ ਉਹਨਾਂ ਨੇ ਇੱਕੋ ਕਲੇਮ ਕੀਤਾ ਸੀ ਬੀਜੇਪੀ ਪ੍ਰੈਜ਼ੀਡੈਂਟ ਜਿਹੜਾ ਹੈਗੇ ਉੱਥੇ CR ਪਾਟਿਲ ਨੇ ਕਿ ਵੀ ਅਸੀਂ 5000 ਜਾਂ ਪਤਾ ਨਹੀਂ ਕਿੰਨੀ ਡੋਜ਼ ਰੈਮਡੇਸਿਵਿਰ ਵੰਡੀ ਹੈ। ਤੇ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਜਦ ਸਰਕਾਰੀ ਸਪਲਾਈਜ਼ ਵਿੱਚ ਰੈਮਡੇਸਿਵਿਰ ਨਹੀਂ ਹੈਗੀ, ਲੋਕਾਂ ਕੋਲ ਰੈਮਡੇਸਿਵਿਰ ਨਹੀਂ ਹੈਗੀ, ਬੀਜੇਪੀ ਆਫਿਸ ਤੇ ਕਿੱਥੇ ਆ ਰਹੀ ਹੈ ਰੈਮਡੇਸਿਵਿਰ ਜਾ ਕੇ, ਠੀਕ ਹੈ ਨਾ। ਤੇ ਉਹਨਾਂ ਨੇ ਐਰੋਗੈਂਸ ਜਿਹੜੀ ਹੈਗੀ ਉਹ ਮਾਡਲ ਦੀ ਸ਼ਾਇਦ ਮੋਦੀ ਸਾਹਿਬ ਤੋਂ ਹੀ ਸਿੱਖੀ ਉਹਨਾਂ ਨੇ ਕਿਹਾ ਉਹਦਾ CR ਪਾਟਿਲ ਨੂੰ ਪੁੱਛ ਲਓ। ਪਰ ਦਾਦ ਦੇਣੀ ਚਾਹੀਦੀ ਹੈ ਕਿ ਦਿਵਿਆ ਭਾਸਕਰ ਦੇ ਅਖਬਾਰ ਨੇ ਅਗਲੇ ਦਿਨ CR ਪਾਟਿਲ ਦਾ ਮੋਬਾਈਲ ਨੰਬਰ ਲੀਡ ਛਾਪਿਆ ਆਪਣੇ ਪਹਿਲੇ ਪੰਨੇ ਤੇ। ਉਹਨਾਂ ਨੇ ਛਾਪਿਆ ਇਹ ਨੰਬਰ ਹੈਗਾ, ਕਾਲ ਕਰੋ ਤੇ ਪੁੱਛੋ ਕਿੱਥੇ ਰੈਮਡੇਸਿਵਿਰ ਹੈ। ਤੇ ਲੋਕਾਂ ਨੇ 2 ਦਿਨ ਫੋਨ ਕਰ ਕਰਕੇ ਉਹ ਹਾਲਤ ਕੀਤੀ ਉੱਥੇ ਕਿ ਮਤਲਬ ਥੋੜਾ ਪਤਾ ਲੱਗ ਰਿਹਾ ਕਿ ਕੀ ਹੈਗਾ। ਪਰ ਜਦ ਗੁਜਰਾਤ ਦੇ ਸਟੇਟ ਦੀ ਜਨਤਾ ਉੱਠ ਰਹੀ ਹੈ, ਉਹ ਮਾਡਲ ਮਤਲਬ ਤੁਸੀਂ ਜਦ ਕਹਿੰਦੇ ਹੋ ਹਿੰਦੂਤਵ ਦਾ ਮਾਡਲ, ਉਹ ਇਹੀ ਹੈ ਨਾ ਭਾਈ। ਜਦ ਤੁਸੀਂ ਡਿਵੈਲਪਮੈਂਟ ਕਰਦੇ ਹੋ ਤੇ ਸਰਕਾਰ ਦੀ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ, ਖਾਸ ਤੌਰ ਤੇ ਜਦ ਤੁਸੀਂ ਕਲੇਮ ਕਰਦੇ ਹੋ ਕਿ ਅਸੀਂ ਵੈਲਫੇਅਰ ਸਟੇਟ ਹੈਗੇ ਤੇ ਪ੍ਰਾਈਮ ਫੋਕਸ ਕੀ ਹੋਣਾ ਚਾਹੀਦਾ ਹੈ, ਐਜੂਕੇਸ਼ਨ ਤੇ ਹੈਲਥ। ਹੈਲਥ ਵਿੱਚ ਇਹ ਹਾਲਤ ਹੋ ਰਹੀ ਹੈ, ਪ੍ਰਾਈਵੇਟ ਹੈਲਥ ਮਤਲਬ ਪਿਛਲੇ ਸਾਲ ਵੀ ਇਹੀ ਚੀਜ਼ ਸੀਗੀ। ਖਾਸ ਤੌਰ ਤੇ ਮਤਲਬ ਜਿਸ ਤਰੀਕੇ ਕੋਈ ਇੱਕ ਜਿਹੜੀ ਕੰਸਰਟਡ ਐਫਰਟ ਹੁੰਦਾ ਨਾ ਉਹ ਨਹੀਂ ਹੁੰਦਾ ਉੱਥੇ। ਔਰ ਪਿਛਲੇ ਸਾਲ ਇਹ ਸੀਗਾ ਲੋਕੀ ਹਸਪੀਟਲ ਜਾਣ ਤੋਂ ਡਰ ਰਹੇ ਸੀ, ਉਹ ਘਰਾਂ ਵਿੱਚ ਹੀ ਰਹਿ ਗਏ, ਉਹ ਡਿਸਪੈਂਸਰੀ ਜਾਣਾ ਪ੍ਰੈਫਰ ਕਰਦੇ ਸੀ ਕਿ ਭਾਈ ਉੱਥੋਂ ਗੋਲੀਆਂ ਲਿਆਓ ਪਰ ਹਸਪੀਟਲ ਨਹੀਂ ਜਾਣਾ ਅਸੀਂ। ਨਾਲ ਫਿਰ ਅਲੱਗ-ਅਲੱਗ ਚੀਜ਼ਾਂ ਹੋਰ ਚੱਲਦੀਆਂ ਰਹਿੰਦੀਆਂ ਨੇ ਉੱਥੇ। ਤੇ ਇਹ ਜਿਹੜਾ ਮਾਡਲ ਹੈ ਇਹ ਕੋਈ ਮਤਲਬ ਦੇਖੋ ਮਾਡਲ ਉਹਨੂੰ ਕਹਿੰਦੇ ਆ ਜਿਹੜਾ ਪ੍ਰੋ ਪੀਪਲ ਹੋਏ, ਆਮ ਜਨਤਾ ਵਾਸਤੇ ਹੋਏ ਤੇ ਜਿਹੜਾ ਕਿ ਬਾਕੀ ਕਾਪੀ ਕਰ ਸਕਣ। ਇੱਥੇ ਕਾਪੀ ਕੋਈ ਕਰ ਨਹੀਂ ਰਿਹਾ, ਥੋਪਿਆ ਜਾ ਰਿਹਾ ਮਾਡਲ ਹੈਗਾ ਬਾਕੀ ਸਟੇਟਸ ਤੇ ਮਤਲਬ ਦੇਖੋ ਨਾ ਗੁਜਰਾਤ ਜੇ ਇੰਡਸਟਰੀਅਲਾਈਜ਼ਡ ਸਟੇਟ ਵਿੱਚ ਵੀ ਅਗਰ ਇਹ ਆਕਸੀਜਨ ਦੀ ਘਾਟ ਹੈਗੀ ਤਾਂ ਫਿਰ ਕੀ ਹੈਗਾ, ਇਹ ਚੀਜ਼ ਹੈ। ਅੱਛਾ, ਮੈਂ 2 ਰਿਪੋਰਟਾਂ ਪੜ੍ਹ ਰਿਹਾ ਸੀ ਆਪਣਾ ਰਾਜੀਵ। ਇੱਕ ਤਾਂ ਚਾਹਤ ਰਾਣਾ ਦੀ ਰਿਪੋਰਟ ਸੀਗੀ ਕੁਝ ਦਿਨ ਪਹਿਲਾਂ ਕੈਰਵਾਨ ਛਪੀ ਅਹਿਮਦਾਬਾਦ ਤੋਂ ਸੀਗੀ ਕਿ ਉੱਥੇ ਦੇ ਹਸਪਤਾਲਾਂ 'ਚ ਬਹੁਤ ਲੰਮੀਆਂ ਮਰੀਜ਼ਾਂ ਦੀਆਂ ਭੀੜਾਂ ਲੱਗ ਰਹੀਆਂ ਤੇ ਮੌਤਾਂ ਦਾ ਸਿਲਸਿਲਾ ਜਾਰੀ ਹੈ, ਪਰ ਮੌਤਾਂ ਦੀ ਗਿਣਤੀ ਛਪਾਈ ਜਾ ਰਹੀ ਹੈ ਉੱਥੇ। ਤੇ ਅੱਛਾ, ਦੂਸਰੀ ਸੂਰਤ ਦੀ ਗੱਲ ਕਰਦੇ ਸੀਗੇ, ਸੂਰਤ ਵਿੱਚ ਵੀ ਬਹੁਤ ਲੰਮੀਆਂ ਮਤਲਬ ਉੱਥੇ ਹੋ ਰਿਹਾ ਹੈਗਾ ਕਿ ਲਾਸ਼ਾਂ ਦੇ ਢੇਰ ਨੇ, ਪਰ ਉੱਥੇ ਦੀ ਰਿਪੋਰਟਿੰਗ 0 ਹੈਗੀ ਹੈ। ਹੁਣ ਵੈਸੇ ਜਦੋਂ ਸ਼ੁਰੂਆਤ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਜਦੋਂ ਆਪਾਂ ਗੁਜਰਾਤ ਦੀ ਗੱਲ ਕਰਦੇ ਹਾਂ ਆਹੀ 2-3 ਸ਼ਹਿਰ ਦਿਖਾਏ ਜਾਂਦੇ ਆ, ਸੂਰਤ, ਅਹਿਮਦਾਬਾਦ। ਜਦੋਂ ਸੂਰਤ ਤੇ ਅਹਿਮਦਾਬਾਦ ਜਿਹੜੇ ਦਿਖਾਏ ਜਾਂਦੇ ਸ਼ਹਿਰ ਨੇ ਉਹਨਾਂ ਦੇ ਵਿੱਚ ਹਾਲਤ ਮਾੜੀ ਹੈ, ਤਾਂ ਮੈਨੂੰ ਜ਼ਰਾ ਦੱਸੋ ਕਿ ਉਹ ਇਲਾਕੇ ਜਿਹੜੇ ਨਹੀਂ ਦਿਖਾਏ ਜਾ ਰਹੇ ਉੱਥੇ ਦੀ ਹਾਲਤ ਕੀ ਹੋਏਗੀ ਜਾਂ ਹੈਗੀ ਹੈ। ਦੇਖੋ ਸ਼ਿਵਿੰਦਰ, ਉਹੀ ਗੱਲ ਮੈਂ ਕਹਿ ਰਿਹਾ ਨਾ ਜੀ ਰਜੀਵ, ਤੁਹਾਡਾ ਥੋੜਾ ਸੰਪਰਕ ਸ਼ਾਇਦ ਟੁੱਟ ਗਿਆ ਜੀ। ਜੀ ਰਜੀਵ, ਤੁਹਾਡਾ ਸੰਪਰਕ ਹਾਂਜੀ ਹੁਣ ਠੀਕ ਹੈ ਜੀ। ਮੈਂ ਕਹਿ ਰਿਹਾ ਸੀ ਕਿ ਵੀ ਜਿਸ ਤਰੀਕੇ ਤੁਸੀਂ ਗੱਲ ਕਹਿ ਰਹੇ ਹੋ ਕਿ ਗਿਣਤੀ ਛੁਪਾਈ ਜਾ ਰਹੀ ਹੈ, ਉਹ ਇੱਕ ਬੜੀ ਆਟੋਮੈਟਿਕ ਜਿਹੀ ਗੱਲ ਹੈਗੀ। ਕਿਉਂਕਿ ਲੋਕੀ ਜਦ ਹਸਪਤਾਲ ਪਹੁੰਚ ਹੀ ਨਹੀਂ ਰਹੇ, ਘਰਾਂ 'ਚ ਹੀ ਬੈਠੇ ਨੇ, ਘਰਾਂ 'ਚ ਹੀ ਮਰ ਰਹੇ ਨੇ, ਉਹ ਕੌਣ ਸਪੈਸੀਫਾਈ ਕਰੇਗਾ ਕਿ ਕਿਸ ਚੀਜ਼ ਨਾਲ ਮਰ ਰਹੇ ਨੇ? ਪਹਿਲੀ ਚੀਜ਼ ਤੇ ਇਹ ਹੈਗੀ। ਦੂਜੀ ਸਿੱਧੀ ਜੀ ਗੱਲ ਹੈ ਕਿ ਕਿਸੇ ਵੀ ਬੰਦੇ ਨੇ ਕੁਝ ਕਰਨਾ ਹੈ ਤੇ ਇੱਕ ਚੀਜ਼ ਆਂਦੀ ਹੈ, ਤੁਸੀਂ ਸਰਕਾਰੀ ਕਲੇਮ ਦੀ ਟੈਲੀ ਸਿਰਫ ਸ਼ਮਸ਼ਾਨ ਵਿੱਚ ਆਉਣ ਵਾਲੀ ਲਾਸ਼ਾਂ ਨਾਲ ਕਰ ਲਓ ਜਾਂ ਕਬਰਸਤਾਨ ਦੇ ਲਾਸ਼ਾਂ ਨਾਲ ਕਰ ਲਓ, ਤੁਹਾਨੂੰ ਫਰਕ ਨਜ਼ਰ ਆ ਜਾਏ ਕੀ ਹੈ। ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਉੱਥੇ, ਠੀਕ ਹੈ ਨਾ। ਤੇ ਮਤਲਬ ਹੁਣ ਅਗੇਨ ਇੱਕ ਚੀਜ਼ ਹੋਰ ਕਹਾਂਗਾ ਕਿ ਜਿਸ ਤਰ੍ਹਾਂ ਗੁਜਰਾਤ ਇੱਕ ਤੁਹਾਨੂੰ ਇਹ ਵੀ ਪਤਾ ਬੜਾ ਕਮਿਊਨਲਾਈਜ਼ਡ ਸਟੇਟ ਹੈ। ਤੇ ਮੈਂ ਕਿਸੇ ਪੱਤਰਕਾਰ ਨਾਲ ਕੁਝ ਦਿਨ ਪਹਿਲਾਂ ਗੱਲ ਕਰ ਰਿਹਾ ਸੀ ਭਰੂਚ ਵਿੱਚ, ਤੇ ਉਹ ਕਹਿ ਰਹੇ ਸੀ ਕਿ ਮੈਂ ਤੇ ਸਿਰਫ ਹਿੰਦੂ ਸ਼ਮਸ਼ਾਨਾਂ ਦਾ ਜਾ ਕੇ ਸਰਵੇ ਕੀਤਾ, ਉੱਥੇ ਹਿੰਦੂ ਲਾਸ਼ਾਂ ਹੀ ਇੰਨੀ ਜ਼ਿਆਦਾ ਆਈਆਂ ਨੇ, ਹਲੇ ਉਹ ਬਾਕੀ ਕਮਿਊਨਿਟੀਜ਼ ਦੀ ਗੱਲ ਨਹੀਂ ਕੀਤੀ ਉਹਨੇ। ਤੇ ਇਹ ਚੀਜ਼ ਹੈਗੀ। ਫਿਰ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਸੂਰਤ ਦੀ ਜਾਂ ਅਹਿਮਦਾਬਾਦ ਦੀ ਇਹ ਹਾਲਤ ਹੈ। ਮੈਂ ਕੁਝ ਦਿਨ ਪਹਿਲਾਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਵਲਸਾੜ ਤੋਂ। ਵਲਸਾੜ ਵਿੱਚ ਇੱਕ ਹਸਪਤਾਲ ਦਾ ਜ਼ਿਕਰ ਸੀਗਾ ਜਿੱਥੇ ਮਤਲਬ ਲਾਸ਼ਾਂ ਜਿਹੜੀਆਂ ਸੀਗੀ, ਜਿਸ ਤਰ੍ਹਾਂ ਆਪਾਂ ਗੋਦਾਮ ਵਿੱਚ ਬੋਰੀਆਂ ਨਹੀਂ ਸੁੱਟਦੇ ਜੀਰੀ ਦੀ ਜਾਂ ਕਣਕ ਦੀ, ਉਸ ਤਰੀਕੇ ਲਾਸ਼ਾਂ ਪਈਆਂ ਹੋਈਆਂ ਸਨ। ਤੁਸੀਂ ਸਮਝ ਸਕਦੇ ਹੋ ਕਿ ਕੀ ਮੰਜ਼ਰ ਹੈਗਾ ਉੱਥੇ ਇਸ ਟਾਈਮ। ਜੀ ਗੁਜਰਾਤ ਦੇ ਵਿੱਚ ਨਾ ਜਿਹੜੇ ਆਪਾਂ ਮਾਡਲ ਨੂੰ ਤਾਂ ਕਾਫੀ ਇਹਦੀਆਂ ਪਰਤਾਂ ਉਧੇੜ ਚੁੱਕੇ ਹਾਂ। 2014 ਦੇ ਵਿੱਚ ਜਦੋਂ ਮੋਦੀ ਪ੍ਰਧਾਨ ਮੰਤਰੀ ਬਣਿਆ ਸੀ, ਖਬਰ ਆਈ ਸੀ ਅਹਿਮਦਾਬਾਦ ਕੰਨੀ, ਉੱਥੇ ਦੇ ਅਹਿਮਦਾਬਾਦ ਦੇ ਇਲਾਕੇ ਦੇ ਵਿੱਚ ਇੱਕ ਪਿੰਡ ਹੈ
ਉੱਥੇ ਕੁੜੀ ਸਕੂਲ ਜਾਣ ਲਈ ਬੱਚੇ ਨਦੀ ਤਰ ਕੇ ਪਾਰ ਕਰਕੇ ਜਾਂਦੇ ਨੇ, ਜਿਹੜੇ ਛੋਟੇ ਬੱਚੇ ਉਹਨਾਂ ਨੂੰ ਉੱਤੇ ਕੰਧੇੜੇ ਦੇ ਚੁੱਕ ਲੈਂਦੇ ਨੇ। ਉਸ ਤੋਂ ਬਾਅਦ ਵਿੱਚ ਸ਼ਾਇਦ ਉਹ ਪੁਲ ਪਤਾ ਨਹੀਂ ਬਣਿਆ ਕਿ ਨਹੀਂ ਬਣਿਆ। ਇਹ ਤਾਂ ਸੀਗਾ ਸਿੱਖਿਆ ਦਾ ਮਾਡਲ। ਪਰ ਤੁਸੀਂ ਕਾਫੀ ਲੰਮਾ ਸਮਾਂ ਉੱਥੇ ਰਹੇ ਹੋ, ਉੱਥੇ ਚਲੋ ਆਪਣੇ ਸਰਕਾਰੀ ਹਸਪਤਾਲਾਂ ਦਾ ਹਾਲ ਬੁਰਾ ਹੋਏਗਾ, ਪਰ ਉੱਥੇ ਪ੍ਰਾਈਵੇਟ ਹਸਪਤਾਲਾਂ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ। ਉਹਨਾਂ ਦਾ ਕੰਮਕਾਰ ਉਦੋਂ ਕਿਵੇਂ ਸੀਗਾ ਤੇ ਹੁਣ ਜਿਹੜੀ ਉਹਨਾਂ ਦੀ ਫੰਕਸ਼ਨਿੰਗ ਆ ਉਹ ਕਿਸ ਤਰ੍ਹਾਂ ਦੀ ਹੈ? ਦੇਖੋ ਸ਼ਵਿੰਦਰ, ਪ੍ਰਾਈਵੇਟ ਜਿਹੜੇ ਹਸਪਤਾਲ ਹੈਗੇ ਜਾਂ ਪ੍ਰਾਈਵੇਟ ਜਿਹੜਾ ਇੱਕ ਤੰਤਰ ਹੈਗਾ ਉਹ ਸਿਰਫ ਪੈਸੇ ਵਾਲਿਆਂ ਵਾਸਤੇ ਹੈਗਾ। ਕੀ ਉਹਨਾਂ ਨੂੰ ਵੀ ਲੈ ਰਿਹਾ ਗੱਲ ਉਹਨਾਂ ਨੂੰ ਵੀ ਲੈ ਰਿਹਾ ਕਿ ਨਹੀਂ ਲੈ ਰਿਹਾ, ਵੀ ਸਮੱਸਿਆ ਆ ਰਹੀ ਹੈ ਨਾ ਕਿ ਅੱਜ ਕੱਲ੍ਹ ਪੈਸੇ ਵਾਲਿਆਂ ਦੀ ਵੀ ਸਮੱਸਿਆ ਆ ਰਹੀ ਹੈਗੀ, ਜਿਹੜੇ ਥੋੜੇ ਮੋਟੇ ਮਿਡਲ ਕਲਾਸ ਟਾਈਪ ਆ ਉਹਨਾਂ ਨੂੰ ਵੀ ਜਗ੍ਹਾ ਨਹੀਂ ਮਿਲਦੀ। ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ, ਤਾਂ ਹੀ ਇੰਨਾ ਰੌਲਾ ਪਿਆ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ। ਪਰ ਦੂਜੀ ਗੱਲ ਇਹ ਹੈਗੀ ਕਿ ਗਰੀਬ ਬੰਦੇ ਵਾਸਤੇ ਤਾਂ ਕੁਝ ਹੈ ਹੀ ਨਹੀਂ ਨਾ। ਜਦ ਆਪਾਂ ਗੁਜਰਾਤ ਦੀ ਗੱਲ ਕਰਦੇ ਹਾਂ ਤੇ ਅਸੀਂ ਜਦ ਸੋਸ਼ਲ ਇੰਡੀਕੇਟਰ ਦੇਖਦੇ ਹਾਂ, ਜਦ ਅਸੀਂ ਗੱਲ ਕਰਨੇ ਆ ਕਿ ਉਹ ਬੱਚੇ ਜਿਨ੍ਹਾਂ ਦੀ ਸਟੰਟਡ ਗਰੋਥ ਹੈ ਉਹਨਾਂ ਦੀ ਪਰਸੈਂਟੇਜ ਗੁਜਰਾਤ ਵਿੱਚ ਬਹੁਤ ਹਾਈ ਹੈ। ਜਦ ਅਸੀਂ ਗੱਲ ਕਰਨੇ ਆ ਜਨਾਨੀਆਂ ਦੀ ਕਿ ਉਹਨਾਂ ਦਾ ਜਿਹੜਾ ਇਹ ਆਇਰਨ ਲੈਵਲ ਬਹੁਤ ਘੱਟ ਹੈਗਾ, ਜਿਹੜਾ ਕਿ ਜਦ ਅਸੀਂ ਗੱਲ ਕਰਨੇ ਆ ਕਿ ਜਨਾਨੀਆਂ ਵਿੱਚ ਜਿਹੜਾ ਹੀਮੋਗਲੋਬਿਨ ਲੈਵਲ ਹੈ ਉਹ ਬਹੁਤ ਘੱਟ ਹੈਗਾ। ਇਹ ਸਾਰੇ ਇੰਡੀਕੇਟਰ ਹੈਗੇ ਨਾ ਕਿ ਬਈ ਸਰਕਾਰੀ ਜਿਹੜਾ ਸਿਸਟਮ ਹੈਗਾ ਹੈਲਥ ਦਾ ਉਹ ਫੇਲ ਹੋਇਆ ਉੱਥੇ। ਇਹ ਜਦ ਸਿੱਧੀ ਜੀ ਗੱਲ ਹੈਗੀ, ਜਦ ਅਸੀਂ ਟ੍ਰਾਈਬਲ ਡਿਸਟ੍ਰਿਕਟਸ ਦੀ ਗੱਲ ਕਰਨੇ ਆ, ਜਦ ਅਸੀਂ ਸੌਰਾਸ਼ਟਰ ਦੀ ਗੱਲ ਕਰਨੇ ਉੱਥੇ ਇੰਡੀਕੇਟਰਸ ਆਪਣੇ ਰਹੇ ਤੇ ਸਾਫ਼ ਪਤਾ ਲੱਗਦਾ ਕਿ ਇਹ ਤੇ ਫੇਲੀਅਰ ਹੈਗਾ ਉੱਥੇ ਦਾ। ਤੇ ਫਿਰ ਤੁਸੀਂ ਗੱਲ ਕਰ ਰਹੇ ਹੋ ਕਿ ਪ੍ਰਾਈਵੇਟ ਹਸਪੀਟਲ ਤਾਂ ਇੱਕ ਮਤਲਬ 5 ਸਟਾਰ ਫੈਸਿਲਿਟੀ ਹੈਗੀ, ਤੇ ਉੱਥੇ ਵੀ ਕਿੰਨੇ ਕੇਸ ਆਉਂਦੇ ਨੇ ਜਿਹੜੇ ਰਿਪੋਰਟ ਹੀ ਨਹੀਂ ਹੁੰਦੇ। ਮੈਂ ਆਪ ਮਤਲਬ ਕਈ ਕੇਸ ਡੀਲ ਕਰ ਚੁੱਕਿਆ ਕਿ ਜਿੱਥੇ ਈਵਨ ਇੱਕ ਅੱਧਾ ਤੇ ਇਸ ਤਰੀਕੇ ਦਾ ਸੀਗਾ ਕਿ ਬੰਦਾ ਮਰ ਗਿਆ, ਉਹਨੂੰ ਜ਼ਬਰਦਸਤੀ ਵੈਂਟੀਲੇਟਰ ਪਾਇਆ ਹੋਇਆ ਹੈ, ਪੈਸੇ ਮੰਗ ਰਹੇ ਨੇ, ਬੰਦੇ ਕੋਲ ਪੈਸੇ ਨਹੀਂ ਹੈਗੇ ਦੇਣ ਵਾਸਤੇ। ਉਹ ਮਾਡਲ ਉਹ ਜਿਹੇ ਹੈਗੇ। ਇਹ ਮਤਲਬ ਇਸ ਤਰੀਕੇ ਦੇ ਮਾਡਲ ਜਿਹੜੇ ਹੈਗੇ ਮਤਲਬ ਪ੍ਰਾਈਵੇਟ ਹਸਪੀਟਲ ਵਿੱਚ, ਜਿੱਥੇ ਤੁਹਾਨੂੰ ਦਿਨ ਦਾ ਖਰਚਾ 50,000 60,000 80,000 ਬੰਦਾ ਕਿਧਰੋਂ ਲਿਆਏਗਾ, ਇਹ ਚੀਜ਼ ਹੈਗੀ ਨਾ। ਤੇ ਉਹ ਮਤਲਬ ਔਰ ਨਾਲ ਅਸੀਂ ਇਹ ਵੀ ਜਾਣਦੇ ਹਾਂ ਕਿ ਜਦ ਫਿਰ ਇਹਦਾ ਕਾਊਂਟਰ ਆਉਂਦਾ ਕਿ ਜੀ ਲੋਕਾਂ ਨੂੰ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ। ਇੰਸ਼ੋਰੈਂਸ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਰੈਕਟ ਹੈਗਾ, ਉਹ ਸਭ ਨੂੰ ਪਤਾ ਹੈਗਾ। ਤੇ ਮਤਲਬ ਪੂਰਾ ਦਾ ਪੂਰਾ ਜਿਹੜਾ, ਔਰ ਫਿਰ ਸਾਨੂੰ ਸਭ ਨੂੰ ਇਹ ਵੀ ਪਤਾ ਹੈ ਕਿ ਜਿਹੜੀ ਫਾਰਮੇਸੀ ਲੌਬੀ ਹੈਗੀ, ਇਹ ਮਤਲਬ ਹੁਣ ਤੇ ਅਸੀਂ ਕੋਵਿਡ ਦੀ ਗੱਲ ਕਰ ਰਹੇ ਹਾਂ, ਪਰ ਬਾਕੀ ਬਿਮਾਰੀਆਂ ਦਾ ਜਦੋਂ ਕੰਮ ਚੱਲਦਾ ਹੈ ਤੇ ਜਿਹੜਾ ਫਾਰਮਾਸਿਊਟੀਕਲ ਲੌਬੀ ਹੈਗੀ ਉਹ ਮਤਲਬ ਐਥੀਕਲ ਮੈਡੀਕਲ ਪ੍ਰੈਕਟਿਸਿਸ ਨੂੰ ਤਾਂ ਕਦੀ ਪ੍ਰਮੋਟ ਨਹੀਂ ਨਾ ਕਰਨ ਦੇਗੀ। ਉਹਦੇ ਮਤਲਬ ਦਿਖਦੀ ਗੱਲ ਹੈ, ਕਈ ਪਾਸੇ ਅਸੀਂ ਦੇਖਦੇ ਹਾਂ ਇਹ ਚੀਜ਼ਾਂ। ਇਹ ਚੀਜ਼ ਹੈ। ਅੱਛਾ ਜੀ, ਹੁਣ ਗੁਜਰਾਤ ਦਾ ਸਾਰਾ ਆਪਾਂ ਦਿਖਾਇਆ ਕਿਉਂਕਿ ਗੁਜਰਾਤ ਨੂੰ ਇੰਡੀਆ ਨੂੰ ਗੁਜਰਾਤ ਬਣਾਉਣ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈਗੀ ਆ, ਜਾਂ ਗੁਜਰਾਤ ਦੇ ਮਾਡਲ ਨੂੰ ਇੰਡੀਆ ਦੇ ਉੱਤੇ ਥੋਪ ਕੇ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜਿਸ ਤਰ੍ਹਾਂ ਦਾ ਅੱਜ ਜੋ ਸੂਰਤ-ਹਾਲ ਗੁਜਰਾਤ ਦੀ ਹੈਗੀ ਹੈ, ਜੇ ਇਹਨੂੰ ਪਾਏ ਮੰਨ ਕੇ ਰੱਖੀਏ ਕਿ ਬੀਜੇਪੀ ਜਿਵੇਂ ਇੰਡੀਆ ਨੂੰ ਗੁਜਰਾਤ ਬਣਾ ਰਹੀ ਹੈ, ਤਾਂ ਤੁਹਾਨੂੰ ਆਉਂਦੇ ਸਮੇਂ 'ਚ ਇੰਡੀਆ ਕਿਸ ਤਰ੍ਹਾਂ ਦਿਖਾਈ ਦੇਗਾ? ਮਤਲਬ ਕਿ ਦੇਖੋ, ਜਾਂ ਤੇ ਇੱਕ ਤਰੀਕੇ ਨਾਲ ਜਦ ਅਸੀਂ ਕਲੇਮ ਕਰਨੇ ਆ ਅਸੀਂ ਵੈਲਫੇਅਰ ਸਟੇਟ ਹਾਂ, ਤੇ ਜਦ ਅਸੀਂ ਜਾਣਦੇ ਹਾਂ ਕਿ ਵੀ ਸਾਡੀ 70% ਦੀ ਜਿਹੜੀ ਜਨਸੰਖਿਆ ਹੈ ਉਹ ਪਿੰਡਾਂ 'ਚ ਰਹਿੰਦੀ ਹੈ, ਤੇ ਭਾਈ ਜਦ ਤੱਕ ਤੁਸੀਂ ਮੈਡੀਕਲ ਫੈਸਿਲਿਟੀਜ਼ ਪਿੰਡਾਂ 'ਚ ਨਹੀਂ ਐਕਸਪੈਂਡ ਕਰੋ, ਉੱਥੇ ਡਾਕਟਰ ਨਹੀਂ ਹੋਣਗੇ, ਲੋਕਾਂ ਨੂੰ ਦਵਾਈ ਨਹੀਂ ਮਿਲੇਗੀ ਤਾਂ ਕੀ ਹੋਏਗਾ? ਇੱਕ ਚੀਜ਼ ਇਹ ਦੇਖੋ। ਦੂਜਾ ਇਹ ਕਿ ਬਈ ਇੰਡੀਆ ਇੰਨੀ ਵਾਸਟ ਕੰਟਰੀ ਹੈ, ਤੁਸੀਂ ਇਕੁਏਟ ਨਹੀਂ ਨਾ ਕਰ ਸਕਦੇ। ਹੁਣ ਅੱਜ ਤੁਸੀਂ ਕਹਿੰਦੇ ਹੋ ਗੁਜਰਾਤ ਡਿਵੈਲਪਡ ਹੈ, ਗੁਜਰਾਤ ਡਿਵੈਲਪ ਕਿਉਂ ਹੈਗਾ? ਮੈਂ ਕਹਿੰਦਾ ਕਿ ਬਈ ਠੀਕ ਹੈ, ਥੋੜੀ ਬਹੁਤ ਵਿਜ਼ਨ ਰਹਿੰਦਾ ਹੈ, ਨਹਿਰੂ ਦਾ ਬਹੁਤ ਵਿਜ਼ਨ ਸੀਗਾ ਕਿ ਗੁਜਰਾਤ ਦੀ ਡਿਵੈਲਪਮੈਂਟ ਵਾਸਤੇ, ਪਰ ਮੇਨ ਰੀਜ਼ਨ ਜਿਹੜਾ ਹੈ ਕਿ ਗੁਜਰਾਤ ਦਾ ਲੈਂਡਸਕੇਪ ਦੇਖੋ, ਇੱਕ ਹੋਮੋਜੀਨਸ ਲੈਂਡਸਕੇਪ ਹੈਗਾ, ਉੱਥੇ ਪੋਰਟਸ ਹੈਗੇ, ਨੈਚੁਰਲ ਪੋਰਟਸ ਵੀ ਹੈਗੇ, ਮਤਲਬ ਹਾਰਬਰ ਹੈਗੇ, ਹੈ ਨਾ, ਤੇ ਇੱਕ ਮਤਲਬ ਉਸ ਤਰ੍ਹਾਂ ਦਾ ਲੈਂਡਸਕੇਪ ਹੈਗਾ। ਨਾਲੇ ਲੋਕਾਂ ਦੇ ਅੰਦਰ ਵੀ ਉਹ ਜਜ਼ਬਾ ਹੈਗਾ ਥੋੜਾ ਬਿਜ਼ਨਸ ਦਾ, ਕਈ ਚੀਜ਼ਾਂ ਕਾਊਂਟ ਕਰਦੀਆਂ ਨੇ ਨਾ। ਤੇ ਉਹ ਚੀਜ਼ ਹੁਣ ਤੁਸੀਂ ਕਹੋਗੇ ਗੁਜਰਾਤ ਦਾ ਮਾਡਲ ਅਸੀਂ ਅਸਾਮ ਵਿੱਚ ਜਾਂ ਮਿਜ਼ੋਰਮ ਵਿੱਚ ਕਰ ਲਾਂਗੇ, ਜਾਂ ਅਸੀਂ ਕਹਿ ਲਓ ਉੱਤਰਾਖੰਡ ਵਿੱਚ ਕਰ ਲਾਂਗੇ, ਉਹ ਪੋਸੀਬਲ ਨਹੀਂ ਹੈ। ਉੱਥੇ ਦੀ ਹਾਲਾਤ ਅਲੱਗ ਹੈ। ਗੁਜਰਾਤ ਵਿੱਚ ਤੁਸੀਂ ਅਹਿਮਦਾਬਾਦ ਤੋਂ ਰਾਜਕੋਟ ਜਿਹੜਾ ਹੈਗਾ 3 ਘੰਟੇ ਪਹੁੰਚ ਜਾਂਦੇ ਹੋ, ਪੂਰੇ ਤੁਸੀਂ ਜਾਣਾ ਹੋਏ ਇੰਨਾ ਡਿਸਟੈਂਸ ਤੁਹਾਨੂੰ ਲੱਗਣ 7 ਘੰਟੇ, ਪੋਸੀਬਲ ਨਹੀਂ ਹੈ, ਇਕੁਏਟ ਨਹੀਂ ਕਰ ਸਕਦੇ। ਤੇ ਇਸ ਕਰਕੇ ਇੱਕ ਮਤਲਬ ਕਿ ਜਦ ਅਸੀਂ ਉਸ ਵਿੱਚ ਇਹ ਫੈਡਰਲ ਸਿਸਟਮ ਦੀ ਵੀ ਗੱਲ ਆਉਂਦੀ ਹੈ ਕਿ ਸਟੇਟ ਸਪੈਸੀਫਿਕ ਲੋਕਲ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹ ਚੀਜ਼ਾਂ ਐਡਰੈਸ ਕਰਨੀਆਂ ਬਹੁਤ ਜ਼ਰੂਰੀ ਹੈਗੀਆਂ। ਇਹ ਮਤਲਬ ਇੱਕ ਉਹ ਤੁਗਲਕੀ ਫਰਮਾਨ ਜਿਹੜੇ ਹੁੰਦੇ ਨੇ ਨਾ, ਉਹ ਪੂਰੇ ਦੇਸ਼ ਵਾਸਤੇ ਕੰਮ ਨਹੀਂ ਕਰਦੇ। ਇਹ ਚੀਜ਼ ਹੈਗੀ ਜੀ ਸ਼ਵਿੰਦਰ। ਅੱਛਾ, ਇੱਕ ਮੈਨੂੰ ਇਹ ਦੱਸੋ ਕਿ ਇਹ ਤਾਂ ਤੁਹਾਡੇ ਵਰਗੇ ਪੱਤਰਕਾਰ ਸਾਨੂੰ ਦਿਖਾ ਰਹੇ ਨੇ ਕਿ ਗੁਜਰਾਤ ਦੀ ਜਿਹੜੀ ਹਾਲਤ ਹੈਗੀ ਹੈ, ਲੇਕਿਨ ਕਿੰਨਾ ਸਮਾਂ ਉਹ ਪ੍ਰਚਾਰਿਆ ਜਾਂਦਾ ਰਿਹਾ ਗੁਜਰਾਤ ਦਾ ਮਾਡਲ? ਹਾਲੇ ਵੀ ਬਹੁਤੇ ਬੰਦੇ ਮੰਨਦੇ ਹੋਣਗੇ ਕਿ ਭਾਈ ਗੁਜਰਾਤ ਦਾ ਮਾਡਲ ਬਹੁਤ ਵਧੀਆ ਹੈਗਾ,
ਕੀ ਕਾਰਨ ਕਿ ਜਿਹੜਾ ਇੰਨਾ ਪ੍ਰਚਾਰ ਆਉਂਦਾ ਰਿਹਾ, ਲੇਕਿਨ ਅੱਜ ਜਿਹੜਾ ਕਾਊਂਟਰ ਵਿਊ ਆ ਤੁਹਾਡਾ ਆ ਰਿਹਾ ਹੈਗਾ ਜਾਂ ਕੁਝ ਹੋਰ ਬੰਦਿਆਂ ਦਾ, ਉਹ ਇੰਨਾ ਉੱਭਰ ਕੇ ਸਾਹਮਣੇ ਨਹੀਂ ਆਇਆ ਉੱਥੇ? ਉਹਦਾ ਕੀ ਕਾਰਨ ਹੈ ਕਿ ਜਿਹੜੀ ਤਸਵੀਰ ਤੁਹਾਡੇ ਵਰਗੇ ਪੱਤਰਕਾਰ ਸਾਨੂੰ ਦਿਖਾ ਰਹੇ ਨੇ ਗੁਜਰਾਤ ਦੀ, ਉਹ ਮਤਲਬ ਸਾਡੇ ਕੋਲ ਕਿਉਂ ਨਹੀਂ ਆਈ ਹੈਗੀ ਉਹ ਤਸਵੀਰ? ਇੱਕ ਤੇ ਸ਼ਿਵਿੰਦਰ, ਮੈਂ ਕਹਾਂਗਾ ਜਿਹੜਾ ਪੜ੍ਹਾ ਲਿਖਾ ਤਬਕਾ ਹੈ ਉਹਨੂੰ ਗੋਬਲਸ ਪੜ੍ਹਨਾ ਚਾਹੀਦਾ। ਪ੍ਰੋਪੇਗੈਂਡਾ ਕਿਸ ਤਰੀਕੇ ਹੁੰਦਾ ਹੈ ਉਹ ਪੜ੍ਹਨਾ ਬਹੁਤ ਜ਼ਰੂਰੀ ਹੈਗਾ। ਇੱਕ ਝੂਠ ਨੂੰ ਤੁਸੀਂ 100 ਵਾਰੀ ਬੋਲੋ ਤੇ ਲੋਕੀ ਸੱਚ ਮੰਨ ਲੈਣਗੇ। ਦੂਜੀ ਚੀਜ਼ ਜਿਹੜਾ ਮਤਲਬ ਜਿਸ ਤਰੀਕੇ ਨਾਲ ਪੈਸਾ ਖਰਚਿਆ ਗਿਆ ਹੈ, ਖਾਸ ਤੌਰ ਤੇ ਮੇਨ ਸਟ੍ਰੀਮ ਮੀਡੀਆ ਵਿੱਚ, ਜਾਂ ਜਿਸ ਤਰੀਕੇ ਦੇ ਅਸੀਂ ਗੱਲ ਕਰਨੇ ਆ ਬਾਕੀ ਜਿਹੜਾ ਪ੍ਰਚਾਰ ਹੋਇਆ ਹੈ, ਮਤਲਬ ਉਹ ਇੱਕ ਤੇ ਨਾਲ ਇੱਕ ਜਿਹੜੀ ਸੋਸ਼ਲ ਪ੍ਰੋਸੈਸ ਚੱਲਿਆ ਨਾ, ਮੋਦੀ ਸਾਹਿਬ ਦੀ ਗਰੋਥ ਕਿਸ ਅਸੀਂ ਜਦ ਕਰਨੇ ਆ ਇਕੁਏਟ ਤੋਂ ਕਰਨੇ ਗੁਜਰਾਤੀ ਅਸਮਿਤਾ, ਗੁਜਰਾਤੀ ਪ੍ਰਾਈਡ, ਤੇ ਲੋਕਾਂ ਨੂੰ ਤੁਸੀਂ ਜਦ ਮਿਸਗਾਈਡ ਕਰਦੇ ਹੋ ਤੇ ਜਦ ਤੁਹਾਡਾ ਇੱਕ ਪਬਲਿਕ ਓਪੀਨੀਅਨ ਫਾਰਮ ਕਰਨ ਦਾ ਜਿਹੜਾ ਤਬਕਾ ਹੈਗਾ ਉਹ ਮਿਡਲ ਕਲਾਸ ਹੋਏ, ਜਿਹੜਾ ਕਿ ਮਤਲਬ ਕਿ ਆਪ ਅੱਖਾਂ ਬੰਦ ਕਰਕੇ ਇਹ ਸੋਚੇ ਕਿ ਵੀ ਗੁਜਰਾਤ ਇਜ਼ ਇੰਡੀਆ, ਇੰਡੀਆ ਇਜ਼ ਗੁਜਰਾਤ, ਤੇ ਉਹ ਚੀਜ਼ ਤੇ ਹੋਏਗੀ। ਹੁਣ ਅੱਜ ਜਿਹੜਾ ਕਾਮਨ ਬੰਦਾ ਪਹਿਲੇ ਵੀ ਕਹਿੰਦਾ ਸੀ, ਮਤਲਬ ਜਦ ਅਸੀਂ ਗੱਲ ਕਰਨੇ, ਇੱਕ ਤਬਕਾ ਸੀਗਾ ਜਿਹੜਾ ਪਹਿਲਾਂ ਵੀ ਕਹਿੰਦਾ ਸੀ ਕਿ ਸਾਨੂੰ ਬੁਲੇਟ ਟ੍ਰੇਨ ਨਹੀਂ ਚਾਹੀਦੀ, 1 ਲੱਖ ਕਰੋੜ ਤੋਂ ਉੱਤੇ ਦੀ ਬੁਲੇਟ ਟ੍ਰੇਨ ਦੀ ਸਾਨੂੰ ਨਹੀਂ ਜ਼ਰੂਰਤ ਹੈਗੀ, ਸਾਨੂੰ ਇਹ ਸਰਦਾਰ ਪਟੇਲ ਦਾ ਸਟੈਚੂ ਨਹੀਂ ਚਾਹੀਦਾ ਭਾਈ, ਸਾਨੂੰ ਹਸਪਤਾਲ, ਸਾਨੂੰ ਸਕੂਲ ਚਾਹੀਦੇ ਨੇ। ਜਦ ਅਸੀਂ ਗੱਲ ਕਰਨੇ, ਅੱਜ ਮੈਡੀਕਲ ਦੀ ਅਸੀਂ ਗੱਲ ਕਰਨੇ ਆ, ਤੇ ਮੈਡੀਕਲ ਦਾ ਬੇਸ ਵੀ ਜਾ ਕੇ ਤੇ ਆਂਦਾ ਤੇ ਉੱਥੇ ਹੀ ਹੈ ਨਾ, ਐਜੂਕੇਸ਼ਨ ਵਿੱਚ, ਠੀਕ ਹੈ ਨਾ, ਤੇ ਐਜੂਕੇਸ਼ਨ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਗੁਜਰਾਤ ਦੇ ਅਗਰ ਐਜੂਕੇਸ਼ਨ ਦੀ ਸਰਕਾਰੀ ਐਜੂਕੇਸ਼ਨ ਮਤਲਬ ਐਫਰਟਸ ਜਾਂਦੇ ਨੇ ਸਕੂਲਾਂ ਵਿੱਚ ਵੈਸੇ, ਪਰ ਲੈਵਲ ਉਸ ਤਰੀਕੇ ਦਾ ਨਹੀਂ ਨਿਕਲ ਕੇ ਬਾਹਰ ਆਇਆ। ਉਹਦੇ ਬਹੁਤ ਕਾਰਨ ਰਹੇ, ਚਾਹੇ ਤੁਸੀਂ ਕਹੋ ਕਿ ਵੀ ਜਦ ਅੰਗਰੇਜ਼ੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਕਦੀ ਵੀ ਸ਼ੁਰੂਆਤੀ ਕਲਾਸਾਂ ਵਿੱਚ, ਤੇ ਹਮੇਸ਼ਾ ਆਰਐਸਐਸ ਨੇ ਅਪੋਜ਼ ਕੀਤਾ। ਉਹੀ ਵਜ੍ਹਾ ਸੀ ਕਿ ਗੁਜਰਾਤ ਵਿੱਚ ਇਨਫਰਾਸਟ੍ਰਕਚਰ ਹੁੰਦੇ ਹੋਏ ਗੁਜਰਾਤ ਆਈਟੀ ਹਬ ਨਹੀਂ ਬਣ ਸਕਿਆ, ਉਹ ਸਾਰਾ ਫਾਇਦਾ ਹੈਦਰਾਬਾਦ, ਬੈਂਗਲੌਰ ਤੇ ਗੁੜਗਾਵਾਂ ਨੇ ਲਿੱਤਾ। ਇਸ ਤਰੀਕਾ ਦੀ ਚੀਜ਼ਾਂ ਹੈਗੀਆਂ, ਤੇ ਉਹੀ ਚੀਜ਼ ਹੈਲਥ ਵਿੱਚ ਹੈਗੀ ਹੈ। ਹੈਲਥ ਬਈ ਜਦ ਤੱਕ ਤੁਸੀਂ ਯੂਨੀਵਰਸਲ ਐਕਸੈਸ ਹੈਲਥ ਦਾ ਨਹੀਂ ਹੋਏਗਾ, ਉੱਥੇ ਮਤਲਬ ਤੁਸੀਂ ਇਹ ਦੇਖੋ ਕਿ ਤੁਹਾਨੂੰ ਵਿਜ਼ਿਟ ਕਰਨਾ ਪਏਗਾ। ਅਗੇਨ ਜਿਹੜਾ ਸਾਨੂੰ ਦਿਖਾਇਆ ਜਾਂਦਾ ਹੈ, 4-5 ਸ਼ਹਿਰ ਦਿਖਾਈ ਜਾਂਦੇ ਨੇ, ਕਦੀ ਜਾ ਕੇ ਦੇਖੋ ਉੱਥੇ ਟ੍ਰਾਈਬਲ ਪੰਚ ਮਹਿਲ ਤੇ ਕੀ ਹਾਲਤ ਹੈਗੀ, ਉੱਥੇ ਡਾਂਗ ਦੀ ਕੀ ਹਾਲਤ ਹੈਗੀ, ਜਾਂ ਤੁਸੀਂ ਸੌਰਾਸ਼ਟਰ ਦੇ ਪਿੰਡਾਂ ਵਿੱਚ ਕੀ ਹਾਲਤ ਹੈਗੀ, ਕਿਸ ਤਰੀਕੇ ਲੋਕੀ ਅਲੱਗ-ਅਲੱਗ ਬਿਮਾਰੀਆਂ ਨਾਲ ਝੇਲਦੇ ਨੇ। ਮਤਲਬ ਹੁਣ ਤੇ ਅਸੀਂ ਕੋਵਿਡ ਦੀ ਗੱਲ ਕਰ ਰਹੇ ਹਾਂ, ਉਸ ਦੇ ਇਲਾਵਾ ਕੀ ਉੱਥੇ ਹੁੰਦਾ ਹੈ, ਮਤਲਬ ਉਸ ਚੀਜ਼ ਨੂੰ ਤੁਸੀਂ ਦੇਖੋ। ਅਸੀਂ ਅਗੇਨ ਸਾਡੀ ਮੈਮਰੀ ਸ਼ਾਰਟ ਹੁੰਦੀ ਹੈ। ਕੁਝ ਸਾਲ ਪਹਿਲਾਂ ਜਿਹੜਾ ਸਵਾਈਨ ਫਲੂ ਦਾ ਹੈਵਕ ਸੀ ਉਹ ਵੀ ਇੰਨਾ ਹੀ ਤਗੜਾ ਸੀਗਾ, ਸਹੀ, ਬਟ ਉਹ ਲੋਕੀ ਜਦ ਤੱਕ ਬਈ ਐਕਸੈਸ ਹੋਣਾ ਬਹੁਤ ਜ਼ਰੂਰੀ ਹੈ ਨਾ। ਤੇ ਐਕਸੈਸ ਦੇ ਇਲਾਵਾ ਇੱਕ ਚੀਜ਼ ਹੋਰ ਬੜੀ ਜ਼ਰੂਰੀ ਹੈ। ਦੇਖੋ ਇਹ ਵੀ ਅਸੀਂ ਕਹਿੰਦੇ ਆ ਵੀ ਸਰਕਾਰ ਇਹ ਵੀ ਕਹਿੰਦੀ ਕਿ ਨਹੀਂ ਅਸੀਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਨੇ, ਸਰਕਾਰੀ ਹਸਪਤਾਲ ਹੈਗੇ ਇੱਥੇ, ਇਹ ਹੈਗਾ ਉਹ ਹੈਗਾ, ਪਰ ਗੱਲ ਇਹ ਹੈ ਕਿ ਉਹ ਫੈਸਿਲਿਟੀਜ਼ ਨੂੰ ਤੁਸੀਂ ਕਿਸ ਤਰੀਕੇ ਪ੍ਰਮੋਟ ਕਰਦੇ ਹੋ ਲੋਕਾਂ ਵਿੱਚ ਕੌਨਫੀਡੈਂਸ ਬਿਲਡ ਕਰਨਾ ਵੀ ਬਹੁਤ ਜ਼ਰੂਰੀ ਹੈ ਨਾ ਸਰਕਾਰੀ ਸਿਸਟਮ ਵਾਸਤੇ। ਸਹੀ ਸਹੀ। ਹੁਣ ਜਿਸ ਤਰ੍ਹਾਂ ਇਲਾਜ ਜਿਹੜਾ ਹੈਗਾ ਅੱਜ ਕੋਵਿਡ ਦਾ, ਉਹੀ ਇਲਾਜ, ਕਿਉਂਕਿ ਕੋਵਿਡ ਦਾ ਤਾਂ ਕੋਈ ਇਲਾਜ ਹੈ ਨਹੀਂ, ਸਿੰਪਟੋਮੈਟਿਕ ਟ੍ਰੀਟਮੈਂਟ ਹੈ, ਉਹੀ ਇਲਾਜ ਸਰਕਾਰੀ ਹਸਪਤਾਲ ਹੋਏਗਾ, ਉਹੀ ਪ੍ਰਾਈਵੇਟ ਹੋਏਗਾ। ਪਰ ਕੀ ਵਜ੍ਹਾ ਹੈਗੀ ਕਿ ਲੋਕਾਂ ਨੂੰ ਲੱਗਦਾ ਕਿ ਇਹ ਸਰਕਾਰੀ ਹਸਪਤਾਲ ਦੇ ਟ੍ਰੀਟਮੈਂਟ ਠੀਕ ਨਹੀਂ ਹੁੰਦਾ, ਸਾਨੂੰ ਪ੍ਰਾਈਵੇਟ ਜਾਣਾ ਚਾਹੀਦਾ। ਇਹ ਚੀਜ਼, ਇਹ ਕੌਨਫੀਡੈਂਸ ਬਿਲਡ ਕਰਨਾ ਵੀ ਬਹੁਤ ਜ਼ਰੂਰੀ ਹੈ ਨਾ। ਬਟ ਜਦ ਤੁਸੀਂ ਆਪ ਹੀ ਪ੍ਰਾਈਵੇਟ ਨੂੰ ਪ੍ਰਮੋਟ ਕਰਦੇ ਜਾਓਗੇ ਤਾਂ ਕੌਨਫੀਡੈਂਸ ਕਿਧਰੋਂ ਆਏ? ਰਜੀਵ, ਇੱਕ ਸਵਾਲ ਜੋ ਗੁਜਰਾਤ ਤੋਂ ਥੋੜਾ ਹਟ ਕੇ ਕਰੀਏ, ਜਦੋਂ ਇਹ ਕੋਵਿਡ ਦਾ ਜਿਹੜਾ ਹੈਗਾ ਸਾਰਾ ਸਿਸਟਮ ਆਇਆ, ਇਹਦੇ ਵਿੱਚ ਵੱਡੇ ਵੱਡੇ ਜਿਹੜੇ ਕਹਿੰਦੇ ਕਹਾਉਂਦੇ ਤੀਸਮਾਰ ਖਾਂ ਦੇਸ਼ ਸੀਗੇ, ਅਮੀਰ ਦੇਸ਼ ਸੀ, ਉਹ ਵੀ ਐਕਸਪੋਜ਼ ਹੋਏ ਨੇ, ਠੀਕ ਹੈ, ਤੇ ਇਹਦੇ ਵਿੱਚ ਭਾਰਤ ਵਰਗੇ ਨੇ ਤਾਂ ਚਲੋ ਹੋਣਾ ਹੀ ਹੈ, ਉਹਦੀ ਸਿਹਤ ਵਿਵਸਥਾ ਦਾ ਕੀ ਹਾਲ ਆ। ਸਗੋਂ ਜਿਹੜੇ ਮੁਲਕ ਹੋਏ ਨੇ ਉਹ ਮੁਲਕ ਆਪਣੇ ਆਪ ਨੂੰ ਕੈਪੀਟਲਿਸਟ ਮੁਲਕ ਕਹਿੰਦੇ ਨੇ। ਜੇ ਇਸ ਬਹਾਨੇ, ਕਿਉਂਕਿ ਜਿਵੇਂ ਅਮਰੀਕਾ ਜਾਂ ਕੈਨੇਡਾ ਵਰਗੇ ਵੀ ਦੇਸ਼, ਉਹ ਵੀ ਹੁਣ ਜਿਹੜੀਆਂ ਲੋਕਾਂ ਨੂੰ ਇੱਕ ਸਿਹਤ ਸਹੂਲਤਾਂ ਦਿੱਤੀਆਂ ਹੋਈਆਂ ਨੇ ਉਹ ਖਤਮ ਕਰ ਰਹੇ ਹੈਗੇ ਨੇ। ਖਾਸ ਕਰ ਕੈਨੇਡਾ ਦੇ ਵਿੱਚ ਜਿਵੇਂ ਵੀਲ ਚੇਅਰ ਤੇ ਕੁਝ ਸਹੂਲਤਾਂ ਮਿਲਦੀਆਂ ਸੀ, ਉਦੋਂ ਦਾ ਵੀ ਭੋਗ ਪੈਂਦਾ ਜਾ ਰਿਹਾ। ਇਸ ਬਹਾਨੇ ਜੇ ਆਪਾਂ ਟੋਟਲ ਕੈਪੀਟਲਿਸਟ ਮਾਡਲ ਨੂੰ ਜਿਹੜਾ ਹੈਗਾ ਬਚਣਾ ਹੋਵੇ ਤਾਂ ਕਿਵੇਂ ਬਚੋਗੇ? ਸਿਰਫ ਕਿਊਬਾ ਦਾ ਐਗਜ਼ਾਮਪਲ ਸਟੱਡੀ ਕਰ ਲਓ, ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ ਹੈਗੀ। ਕਿਊਬਾ ਇੱਕ ਛੋਟਾ ਜਿਹਾ ਦੇਸ਼ ਜਿਹਦੀ ਆਪ ਦੀ ਲੋੜ ਕੁੱਲ 4-5 ਹਜ਼ਾਰ ਡਾਕਟਰ ਦੀ ਹੈਗੀ, ਉਸ ਦੇਸ਼ ਨੇ ਅੱਜ ਕਰੀਬ 85,000 ਡਾਕਟਰ ਟ੍ਰੇਨਡ ਹੈਗੇ। ਤੇ ਦੁਨੀਆ ਵਿੱਚ ਕਿਧਰੇ ਵੀ ਮੁਸੀਬਤ ਪੈਂਦੀ ਹੈ, ਸਭ ਤੋਂ ਪਹਿਲਾਂ ਕਿਊਬਾ ਦੇ ਡਾਕਟਰ ਵੋਲੰਟੀਅਰ ਕਰਦੇ ਨੇ ਜਾਣ ਵਾਸਤੇ। ਆਪਾਂ ਦੇਖਿਆ ਪਿਛਲੇ ਸਾਲ ਇਟਲੀ ਵਿੱਚ ਵੀ ਕਿਊਬਾ ਦੇ ਡਾਕਟਰ ਪਹੁੰਚੇ ਸੀ। ਉਹ ਗਰੀਬ ਦੇਸ਼ ਹੈ, ਕਿਊਬਾ ਗਰੀਬ ਦੇਸ਼ ਹੈ, ਉਹ ਸੈਂਕਸ਼ਨਸ ਫੇਸ ਕਰ ਰਿਹਾ, ਪਰ ਉਸ ਦੇ ਬਾਵਜੂਦ ਹੈਲਥ ਕੇਅਰ ਤੇ ਐਜੂਕੇਸ਼ਨ 100% ਫ੍ਰੀ ਤੇ ਸਭ ਨੂੰ ਅਵੇਲੇਬਲ ਹੈ। ਹੁਣ ਗਰੀਬੀ ਕਰਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਡਿਲੇ ਹੈਗਾ, ਉਹ ਅੰਡਰਸਟੂਡ ਹੈ,
ਪਰ ਉਸ ਡਿਲੇ ਵਾਸਤੇ ਵੀ ਇੱਕ ਕੈਪੀਟਲਿਸਟ ਦੇਸ਼ ਹੀ ਜ਼ਿੰਮੇਦਾਰ ਹੈਗੇ ਜਿਨ੍ਹਾਂ ਨੇ ਸੈਂਕਸ਼ਨਸ ਲਾਈਆਂ ਹੋਈਆਂ। ਸਹੀ ਕਈ ਚੀਜ਼ਾਂ ਹੈਗੀਆਂ ਉਦਾਂ ਦੇ ਐਗਜ਼ਾਮਪਲ। ਅਸੀਂ ਜਦ ਇੰਡੀਆ ਦਾ ਦੇਖਦੇ ਹਾਂ ਤੇ ਅਸੀਂ ਕੇਰਲਾ ਨੂੰ ਦੇਖਦੇ ਹਾਂ। ਅੱਜ ਕੇਰਲਾ ਨੇ ਦੇਖੋ ਸਾਲ ਪਿਆ ਸੀ, ਆਕਸੀਜਨ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਕੇਰਲਾ ਨੇ ਉਹ ਮਤਲਬ ਘੱਟੋ ਘੱਟ ਉਹ ਚੀਜ਼ ਤੇ ਖਤਮ ਕੀਤੀ ਨਾ, ਆਕਸੀਜਨ ਅਵੇਲੇਬਲ ਹੈ। ਅੱਜ ਲੋਕਾਂ 'ਚ ਕੌਨਫੀਡੈਂਸ ਹੈਗਾ ਕਿ ਮੈਂ ਹਸਪਤਾਲ ਜਾਵਾਂਗਾ ਮੈਨੂੰ ਆਕਸੀਜਨ ਮਿਲੇਗਾ। ਜੇ ਤੁਸੀਂ ਲੋਕਾਂ ਨਾਲ, ਮੈਂ ਕੱਲ ਪਰਸੋਂ ਸਵੀਡਨ ਦੇ ਇੱਕ ਟੀਵੀ ਨੂੰ ਇੰਟਰਵਿਊ ਦਿੱਤਾ ਤੇ ਉੱਥੇ ਜਿਹੜੇ ਐਂਕਰ ਸੀਗੇ ਉਹ ਹੈਰਾਨ ਹੋ ਗਏ ਇਸ ਚੀਜ਼ ਨੂੰ ਦੇਖ ਕੇ ਕਿ ਭਾਈ ਇਹ ਕਿੱਦਾਂ ਦਾ ਮੁਲਕ ਹੈਗਾ ਜਿੱਥੇ ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਿਹਾ। ਬਾਕੀ ਚੀਜ਼ਾਂ ਤਾਂ ਤੁਸੀਂ ਛੱਡੋ, ਉਹੀ ਚੀਜ਼ ਜਦ ਅਸੀਂ ਕਿਊਬਾ ਦੀ ਗੱਲ ਕਰਨੇ ਆ, ਕੋਈ ਹੋਰ ਦੇ ਇਹਨਾਂ ਦੀ ਗੱਲ ਕਰਨੇ ਆ, ਤਾਂ ਕਿਊਬਾ 'ਚ ਹਾਰਟ ਟ੍ਰਾਂਸਪਲਾਂਟ ਲਈ ਫ੍ਰੀ ਆਫ ਕਾਸਟ ਹੈ। ਇਹ ਚੀਜ਼ ਹੈਗੀ 6 ਮਹੀਨੇ ਲੱਗਣਗੇ, 8 ਮਹੀਨੇ ਲੱਗਣਗੇ, ਤਾਂ ਤੱਕ ਬੰਦਾ ਬਚਦਾ ਹੈ ਨਹੀਂ ਬਚਦਾ, ਉਹ ਚੀਜ਼ ਵੱਖਰੀ ਹੈ। ਬਟ ਐਟ ਦ ਪਾਲਿਸੀ ਲੈਵਲ ਘੱਟੋ ਘੱਟ ਉਹ ਸੋਚ ਤੇ ਉਸ ਤਰੀਕੇ ਦੀ ਹੈ ਨਾ। ਤੇ ਇਹ ਜਿਹੜਾ ਮਾਡਲ ਹੈ ਤੇ ਮਤਲਬ ਤੁਸੀਂ ਡਿਪਰਾਈਵ ਕਰ ਰਹੇ ਹੋ ਲੋਕਾਂ ਨੂੰ। ਅੱਜ ਮੈਂ ਤੁਹਾਨੂੰ ਗੱਲ ਦੱਸਾਂ, ਮਤਲਬ ਸਵੇਰੇ ਤੋਂ ਅਸੀਂ ਸੋਚ ਰਹੇ ਸੀ, ਜਾਂ ਕੁਝ ਮੇਰੇ ਜਾਣ ਪਛਾਣ ਦੇ ਲੋਕੀ ਵੀ ਹੈਗੇ, ਕਪਲ ਮਰ ਗਿਆ, 5 ਸਾਲ ਦਾ ਬੱਚਾ ਹੈ, ਠੀਕ ਹੈ ਨਾ, ਔਰ ਬੱਚੇ ਨੂੰ ਕੌਣ ਦੇਖੇਗਾ ਅੱਜ ਦੇ ਦੌਰ ਵਿੱਚ, ਕਿਹਦੀ ਰਿਸਪੌਂਸਿਬਿਲਿਟੀ? ਸਾਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਨਾ, ਕਿਉਂਕਿ ਅੱਜ ਇਹ ਕਰੋਨਾ ਜਿਹੜਾ ਹੈਗਾ ਜਾਂ ਕੋਵਿਡ ਜਿਹੜਾ ਹੈਗਾ ਸਾਡੇ ਮੂਹਰੇ, ਮਤਲਬ ਸਾਡੇ ਦਰਵਾਜ਼ੇ ਤੇ ਖੜਿਆ ਹੈ। ਜਦ ਤੱਕ ਅਸੀਂ ਸੋਚਾਂਗੇ ਨਹੀਂ ਇਹ ਕਿਸ ਤਰੀਕੇ ਦੀ ਗੱਲ ਹੋਏਗੀ। ਤੁਸੀਂ ਗੁਜਰਾਤ ਛੱਡੋ, ਜੇ ਅਸੀਂ ਪੰਜਾਬ ਦੀ ਗੱਲ ਕਰਨੇ ਆ, ਸਾਡੀ ਪੋਲੀਟੀਕਲ ਬਿਕਰਿੰਗ ਚੱਲੀ ਹੋਈ ਹੈ, ਜਦਕਿ ਫੋਕਸ ਸਿਰਫ ਹੋਣਾ ਚਾਹੀਦਾ ਇਲਾਜ ਤੇ। ਇਹੀ ਮੈਂ ਹਿਮਾਚਲ ਦੀ ਗੱਲ ਕਰਨਾ, ਪਿਛਲੇ ਸਾਲ ਜਦ ਤਿਆਰੀ ਦਾ ਕੰਮ ਸੀਗਾ ਤੇ ਕਰੋਨਾ ਦਾ ਯੱਗ ਹੋ ਰਿਹਾ ਸੀ ਇੱਥੇ। ਏਦਾਂ ਦੀ ਸਰਕਾਰ ਨੂੰ ਤੁਸੀਂ ਕੀ ਕਹੋਗੇ? ਅਨਸਾਇੰਟਿਫਿਕ। ਮਤਲਬ ਬੇਸਿਕਲੀ ਤੁਸੀਂ ਪੂਰੀ ਦੁਨੀਆ ਮੂਰੇ ਆਪਣਾ ਜਲੂਸ ਕੱਢ ਰਹੇ ਹੋ, ਤੁਸੀਂ ਇੱਕ ਲਾਫਿੰਗ ਸਟਾਕ ਬਣੇ ਹੋ। ਅਕ੍ਰੋਸ ਪਾਰਟੀਜ਼ ਹੈਗਾ ਕੰਮ। ਮਤਲਬ ਘੱਟੋ ਘੱਟ ਐਟੀਟਿਊਡ, ਸਾਇੰਟਿਫਿਕ ਟੈਂਪਰਾਮੈਂਟ ਦੀ ਲੋੜ ਹੈਗੀ ਇਸ ਟਾਈਮ ਜੀ। ਰਾਜੀਵ, ਆਖਿਰ ਦੇ ਵਿੱਚ ਕੁਝ ਹੋਰ ਕਹਿਣਾ ਚਾਹੋਗੇ? ਜਿਵੇਂ ਗੁਜਰਾਤ ਦੇ ਵਿੱਚ ਆਪਾਂ ਨੂੰ ਪਤਾ ਵੀ, ਯੂਪੀ ਦੇ ਵਿੱਚ ਵੀ ਕਰੋਨਾ ਟਾਈਮ 'ਚ ਹਿੰਦੂ ਮੁਸਲਮਾਨ ਹੋਇਆ, ਗੁਜਰਾਤ ਦੇ ਵਿੱਚੋਂ ਵੀ ਕੁਝ ਥਾਵਾਂ ਤੇ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਨੇ, ਉਹਦੇ ਬਾਬਤ ਕੋਈ ਸਾਨੂੰ ਦੱਸਣਾ ਚਾਹੋ ਤਾਂ? ਦੇਖੋ ਸ਼ਿਵਿੰਦਰ, ਇਹ ਜਿਹੜਾ ਵਾਇਰਸ ਹੈ ਨਾ, ਇਹ ਡਿਸਕ੍ਰਿਮੀਨੇਟ ਨਹੀਂ ਕਰਦਾ। ਬਿਲਕੁਲ ਜੀ। ਤੁਹਾਡੀ ਆਵਾਜ਼ ਸ਼ਾਇਦ ਫਿਰ ਥੋੜੀ ਦਿੱਕਤ ਆਈ ਹੈ ਰਾਜੀਵ ਜੀ। ਰਾਜੀਵ ਤੁਹਾਡੀ ਥੋੜੀ ਮੈਂ ਕਹਿ ਰਿਹਾ ਕਿ ਵਾਇਰਸ ਜਿਹੜਾ ਹੈ ਉਹ ਡਿਸਕ੍ਰਿਮੀਨੇਟ ਨਹੀਂ ਕਰਦਾ ਜੀ। ਜਦ ਤੱਕ ਅਸੀਂ ਇਕੱਠੇ ਹੋ ਕੇ ਇਹਦੀ ਲੜਾਈ ਨਹੀਂ ਲੜਾਂਗੇ ਤਾਂ ਤੱਕ ਇਸ ਨੂੰ ਅਸੀਂ ਨਹੀਂ ਜਿੱਤ ਸਕਦੇ। ਤੇ ਉਸ ਵਾਸਤੇ ਸਰਕਾਰਾਂ ਨੂੰ, ਲੋਕਾਂ ਨੂੰ ਕੌਨਫੀਡੈਂਸ ਲੈਣਾ ਪਏਗਾ। ਇਹ ਯੋਗੀ ਆਦਿੱਤਿਆਨਾਥ ਵਾਲੀ ਪਾਲਿਸੀ ਨਹੀਂ ਕਿ ਕੋਈ ਅਗਰ ਰਿਪੋਰਟ ਕਰਦਾ ਹੈ ਤਾਂ ਤੁਸੀਂ ਉਹਨੂੰ ਕਹਿੰਦੇ ਹੋ ਕਿ ਭਾਈ ਅਸੀਂ FIR ਕਰ ਦਾਂਗੇ, ਜਾਂ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਜਿਸ ਤਰੀਕੇ ਨਾਲ ਸਾਡੇ ਇੱਥੇ ਕੁਝ ਡਿਨਾਇਲ ਵਿੱਚ ਚਲੇ ਜਾਓ, ਕੋਈ ਆਕਸੀਜਨ ਦੀ ਕੋਈ ਘਾਟ ਹੀ ਨਹੀਂ ਹੈਗੀ। ਕਿਹਦਾ ਮੂਰਖ ਬਣਾ ਰਹੇ ਹੋ ਤੁਸੀਂ? ਆਪਣਾ ਬਣਾ ਰਹੇ ਹੋ ਨਾ। ਮਤਲਬ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿਸ ਤਰੀਕੇ ਕਲੇਮ ਕਰਦੇ ਨੇ ਇਸ ਤਰੀਕੇ ਦੀ ਚੀਜ਼ਾਂ। ਭਾਈ ਘਾਟ ਹੈਗੀ, ਹਾਂ ਕਹੋ ਵੀ ਘਾਟ ਹੈਗੀ, ਸਾਨੂੰ ਚੰਗੇ ਤਰੀਕੇ ਨਾਲ ਇਹਨੂੰ ਮੈਨੇਜ ਕਰਨਾ ਹੈ। ਆਪਾਂ ਜਿਹੜੇ ਸਮਝਦਾਰ ਲੋਕੀ ਹੈਗੇ ਅੱਗੇ ਆਓ ਤੇ ਕਰੋ। ਹੁਣ ਮੈਂ ਇਹਨਾਂ ਕਹਿਣਾ ਚਾਹਾਂਗਾ ਇਹ ਇੱਕ ਲੜਾਈ ਮਤਲਬ ਇੱਕ ਬੰਦੇ ਦੀ ਨਹੀਂ ਹੈ, ਪੂਰੇ ਦੇਸ਼ ਦੀ ਲੜਾਈ ਹੈ। ਜੀ ਸ਼ਿਵਿੰਦਰ। ਸ਼ੁਕਰੀਆ ਆਪਣਾ ਰਾਜੀਵ, ਤੁਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਸਾਨੂੰ ਮੋਟੀ ਜੀ ਤਸਵੀਰ ਇੱਕ ਗੁਜਰਾਤ ਦੀ ਦਿਖਾਈ ਹੈ। ਤੇ ਇਹਦੇ ਬਹਾਨੇ ਇਹ ਵੀ ਆਪਾਂ ਗੱਲ ਕੀਤੀ ਹੈ ਕਿ ਇਹ ਜਿਹੜਾ ਮਾਡਲ ਹੈ ਅਸੀਂ ਅਪਣਾ ਲਿਆ ਜਾਂ ਅਪਣਾਉਣ ਜਾ ਰਹੇ ਹਾਂ, ਇਹ ਮਾਡਲ ਕਿੰਨਾ ਕੁ ਲੋਕ ਕਲਿਆਣਕਾਰੀ ਹੈ ਜਾਂ ਕਿੰਨਾ ਕੁ ਨਹੀਂ ਹੈ। ਬਹੁਤ ਬਹੁਤ ਮਿਹਰਬਾਨੀ ਰਾਜੀਵ। ਥੈਂਕ ਯੂ। ਦੋਸਤੋ, ਤੁਸੀਂ ਜਾਣਦੇ ਹੋ ਕਿ ਸੂਹੀ ਸਵੇਰ ਇੱਕ ਲੋਕ ਪੱਖੀ ਵਿਚਾਰਾਂ ਵਾਲਾ ਸਾਡਾ ਮੀਡੀਆ ਅਦਾਰਾ ਹੈ। ਲੋਕ ਪੱਖੀ ਵਿਚਾਰਾਂ ਵਾਲੇ ਮੀਡੀਆ ਅਦਾਰੇ ਲੋਕਾਂ ਦੀ ਸਹਾਇਤਾ ਨਾਲ ਹੀ ਚੱਲਦੇ ਹੈਗੇ ਨੇ। ਅਸੀਂ ਮੰਨੀਏ ਕਿ ਜੇ ਕੋਈ ਜਿਹੜਾ ਹੈਗਾ ਕਾਰਪੋਰੇਟ ਸਹਾਇਤਾ ਨਾਲ, ਸਰਕਾਰੀ ਸਹਾਇਤਾ ਨਾਲ ਜਾਂ ਫਿਰ ਪ੍ਰਾਈਵੇਟ ਐਡ ਨਾਲ ਜੋ ਮੀਡੀਆ ਅਦਾਰੇ ਚੱਲਦੇ ਨੇ, ਉਹ ਖੁੱਲ੍ਹ ਕੇ ਲੋਕ ਪੱਖ ਦੀ ਗੱਲ ਨਹੀਂ ਕਰ ਸਕਦੇ। ਇਸ ਕਰਕੇ ਸੂਹੀ ਸਵੇਰ ਨੂੰ ਤੁਹਾਡੀ ਮੋਰਲ ਵੀ ਤੇ ਆਰਥਿਕ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਇਸ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸਾਡੀ YouTube ਚੈਨਲ ਸਾਡਾ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਨੂੰ ਸ਼ੇਅਰ ਕਰੋ ਤੇ ਆਰਥਿਕ ਤੌਰ ਤੇ ਥੱਲੇ ਦਿੱਤਾ ਹੋਇਆ ਜੋ ਐਡਰੈਸ ਹੈ, ਬੈਂਕ ਦਾ ਅਕਾਊਂਟ ਹੈ, ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਹੈ ਸਹਾਇਤਾ ਜਿਹੜੀ ਉਹਦੇ ਥਰੂ ਸਾਨੂੰ ਜਿਹੜਾ ਭੇਜ ਸਕਦੇ ਹੋ, ਤਾਂ ਜੋ ਕਿ ਅਦਾਰਾ ਲਗਾਤਾਰ ਤੁਹਾਡੇ ਮੁੱਦਿਆਂ ਨੂੰ ਉਠਾਉਂਦਾ ਰਹੇ ਤੇ ਇੱਕ ਅਸੀਂ ਪੰਜਾਬੀ ਵਿੱਚ ਲੋਕ ਪੱਖ ਦਾ ਵੱਡਾ ਮੀਡੀਆ ਖੜਾ ਕਰ ਸਕੀਏ।